ਉਹਦਾ ਜਿਹੜੀ ਸੰਗਤ ਦਾ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ। ਅਤੇ ਉਹਦੇ ਬਾਰੇ ਜੇ ਮੈਂ ਚਾਹੁੰਦਾ ਕਿ ਗੱਲ ਜ਼ਰੂਰ ਤੁਸੀਂ ਕਰੋ ਕਿ ਕਿਸ ਤਰੀਕੇ ਨਾਲ ਇਸ ਵੇਲੇ ਸੇਵਾ ਨਿਭਾ ਰਿਹਾ ਕਰੋ। ਸਾਰਾ ਕੁਝ ਸੰਗਤ ਹੀ ਕਰਦੀ ਹੈ। ਪਰਮਾਤਮਾ ਦੀ ਕਿਰਪਾ ਜੇ ਉਹਨੇ ਏਬਲ ਬੋਡੀ ਦਿੱਤੀ ਹੈ ਜੀ। 1 ਕਰੋੜ ਦਾ ਖਰਚਾ ਹਰ ਮਹੀਨੇ ਦਾ ਹੁੰਦਾ। ਅੱਛਾ, ਆਡਿਟ ਹੁੰਦਾ ਨਾ, ਤੇ ਉਹਦੇ ਵਿੱਚ ਜਦ ਦੇਖਦੇ ਆ ਤੇ ਉਸ ਦੇ ਵਿੱਚ ਫਿਰ ਹਸਪੀਟਲ ਹੈ। ਹਸਪੀਟਲ ਤੋਂ ਬਿਨਾਂ ਜਿਹੜਾ ਰੀਹੈਬਿਲਿਟੇਸ਼ਨ ਸੈਂਟਰ ਸੀ ਸਾਨੂੰ ਚਲਾਉਣਾ, ਉਹ 'ਚ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ। ਜਦੋਂ ਫ੍ਰੈਕਚਰ ਵਾਲੇ ਕੇਸ ਅਲੱਗ-ਅਲੱਗ ਮੈਗਟਸ ਪਏ ਹੋਏ, ਬਹੁਤ ਜ਼ਿਆਦਾ ਤਰਸਯੋਗ ਹਾਲਾਤਾਂ ਦੇ ਵਿੱਚ ਹੁਣ ਰੈਕਟਮ ਹੈ ਹੀ ਨਹੀਂ, ਹਸਪੀਟਲ ਨੇ ਸ਼ਿਫਟ ਕਰ ਦਿੱਤਾ ਚੰਡੀਗੜ੍ਹ ਤੋਂ। ਤੇ ਇੱਕ ਨਹੀਂ ਬਹੁਤ ਸਾਰੇ ਕੇਸ ਉਹ ਕਹਿੰਦੇ ਇਹਦਾ ਆਪਰੇਸ਼ਨ ਨਹੀਂ ਹੋ ਸਕਦਾ, ਇਹਦੇ ਵਾਰਸ ਨਹੀਂ। ਮੈਂ ਕਿਹਾ ਡਾਕਟਰ ਨਾਲ ਜਿਹੜੇ ਉਹਨਾਂ ਦੇ ਹੈੱਡ ਸੀ ਉਸ ਵੇਲੇ ਪ੍ਰਿੰਸੀਪਲ ਡਾਇਰੈਕਟਰ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਇਹ ਦੱਸੋ ਜੇ ਇਸ ਬੀਬੀ ਦੀ ਡੈਥ ਹੋ ਗਈ, ਸੀਰੀਅਸ ਹੋ ਗਈ, ਡੈਥ ਹੋ ਗਈ, ਜ਼ਿੰਮੇਵਾਰ ਕੌਣ ਹੋਗਾ ਇਹ? ਬਾਕੀ ਜਿਹੜੇ ਉੱਥੇ ਰੂਟੀਨ ਦੇ ਵਿੱਚ 500 ਨਾਗਰਿਕ ਜਿਹੜਾ ਇਸ ਵੇਲੇ, ਜਿਹਦੇ ਵਿੱਚ ਬੱਚੇ ਹੈਗੇ ਆ, ਬੱਚਿਆਂ ਦੀਆਂ ਅਲੱਗ-ਅਲੱਗ ਹਾਲਾਤ, ਆਟਿਸਟਿਕ ਬੱਚੇ ਵੀ ਹੈਗੇ, ਮਲਟੀਪਲ ਡਿਸੇਬਿਲਿਟੀ ਵਾਲੇ ਬੱਚੇ ਵੀ ਹੈਗੇ। ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਦ ਸਿੱਧੂ ਸ਼ੋਅ ਦੇ ਵਿੱਚ। ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਅੱਜ ਦਾ ਇਹ ਜਿਹੜਾ ਪੋਡਕਾਸਟ ਹੈ ਤੁਹਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਸੁਣਨ ਵਾਲਾ ਹੋਊਗਾ, ਕਿਉਂਕਿ ਅੱਜ ਅਸੀਂ ਐਸੀਆਂ ਮੁਸ਼ਕਲਾਂ ਅਤੇ ਐਸੇ ਹਾਲਾਤਾਂ 'ਤੇ ਗੱਲਬਾਤ ਕਰਾਂਗੇ ਜੋ ਇਸ ਵਕਤ ਸਾਡੇ ਸਮਾਜ ਦੇ ਵਿੱਚ ਪਸਰ ਰਹੀਆਂ ਆ। ਮੇਰੇ ਨਾਲ ਇਸ ਵਕਤ ਕਹਿੰਦੇ ਹੁੰਦੇ ਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਬਾਬੇ ਨਾਨਕ ਦੇ ਉਸ ਫਲਸਫੇ 'ਤੇ ਚੱਲਣ ਵਾਲੀ ਸੰਸਥਾ ਪ੍ਰਭ ਆਸਰਾ, ਉਹਨਾਂ ਦੇ ਸਿਰਮੌਰ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਇਸ ਸਟੂਡੀਓ ਦੇ ਵਿੱਚ ਮੇਰੇ ਨਾਲ ਬੈਠੇ ਆ। ਮੇਰੇ ਲਈ ਬਹੁਤ ਬੜੀ ਮਾਣ ਵਾਲੀ ਗੱਲ ਆ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਮੈਂ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਜ਼ਿੰਦਗੀ 'ਚ ਮੁਸ਼ਕਲਾਂ ਹਰੇਕ, ਮੈਂ ਵੀ ਤਕਰੀਬਨ ਇੱਕ ਐਗਜ਼ਾਮਪਲ ਦੇਣਾ ਹੁੰਦਾ ਕਿ ਜਦੋਂ ਆਪਾਂ ਹੌਸਪੀਟਲ ਦੇ ਬੈੱਡ 'ਤੇ ਪਏ ਹੁੰਦੇ ਹਾਂ ਤਾਂ ਲਾਗੇ ਉਹ ਮਸ਼ੀਨ ਪਈ ਹੁੰਦੀ ਆ ਜਿਹਦੇ 'ਚ ਲਾਈਨਾਂ ਉੱਤੇ ਥੱਲੇ ਹੁੰਦੀਆਂ, ਅਤੇ ਜਦੋਂ ਲਾਈਨ ਸਿੱਧੀ ਹੋ ਜਾਂਦੀ ਉੱਥੇ ਖੇਡ ਮੁੱਕ ਜਾਂਦੀ ਹੈ। ਅਤੇ ਇਹ ਜਿਹੜੇ ਜ਼ਿੰਦਗੀ ਦੇ ਉਤਾਰ ਚੜ੍ਹਾਏ ਸਾਡੇ ਜਿਉਂਦੇ ਹੋਣ ਦਾ ਸਬੂਤ ਹੈ ਕਿ ਸਾਹ ਅਜੇ ਚੱਲਦੇ ਆ। ਅਤੇ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਜਿਹੜੀ ਦੁਨੀਆ ਦੀ ਦੌੜ ਤੋਂ ਥੋੜ੍ਹਾ ਜਿਹਾ ਵੱਖਰਾ ਸੋਚੋ ਜਾਂ ਚੱਲੋ, ਮੁਸ਼ਕਲਾਂ ਤਾਂ ਆਉਂਦੀਆਂ ਹੁੰਦੀਆਂ। ਹੁਣ ਆਪਾਂ ਜੇ ਪ੍ਰਭ ਆਸਰਾ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਸੇਵਾ ਨਿਭਾ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਇਸ ਵਕਤ, ਕਿਉਂਕਿ ਐਡਾ ਵੱਡੀ ਸੰਸਥਾ ਨੂੰ ਚਲਾਉਣਾ, ਉਹਦਾ ਜਿਹੜੀ ਸੰਗਤ ਦਾ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ। ਅਤੇ ਉਹਦੇ ਬਾਰੇ ਜੇ ਮੈਂ ਚਾਹੁੰਦਾ ਕਿ ਗੱਲ ਜ਼ਰੂਰ ਤੁਸੀਂ ਕਰੋ ਕਿ ਕਿਸ ਤਰੀਕੇ ਨਾਲ ਇਸ ਵੇਲੇ ਸੇਵਾ ਨਿਭਾ ਰਿਹਾ ਪ੍ਰਭ ਆਸਰਾ। ਨਹੀਂ, ਨੈਚੁਰਲੀ ਸਾਰਾ ਕੁਝ ਸੰਗਤ ਹੀ ਕਰਦੀ ਹੈ। ਪਰਮਾਤਮਾ ਦੀ ਕਿਰਪਾ ਜੇ ਉਹਨੇ ਏਬਲ ਬੋਡੀ ਦਿੱਤੀ ਹੈ ਜੀ, ਤੇ ਸੰਗਤ ਸਾਰੀ, ਮੈਂ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ। ਕਹਿੰਦੇ ਜਿਹਾ ਪਾਓ ਤਿਹਾ ਫਲ ਪਾਈਏ, ਭਾਵਨਾਵਾਂ ਸੰਗਤ ਦੀਆਂ ਜੀ। ਤੇ ਜਿਸ ਦਾ ਸਦਕਾ ਲਗਭਗ ਉੱਥੇ 1 ਕਰੋੜ ਦਾ ਖਰਚਾ ਹਰ ਮਹੀਨੇ ਦਾ ਹੁੰਦਾ। ਅੱਛਾ, ਆਡਿਟ ਹੁੰਦਾ ਨਾ, ਤੇ ਉਹਦੇ ਵਿੱਚ ਜਦ ਦੇਖਦੇ ਆ ਤੇ ਉਸ ਦੇ ਵਿੱਚ ਫਿਰ ਹਸਪੀਟਲ ਹੈ। ਹਸਪੀਟਲ ਤੋਂ ਬਿਨਾਂ ਜਿਹੜਾ ਰੀਹੈਬਿਲਿਟੇਸ਼ਨ ਸੈਂਟਰ ਸੀ ਸਾਨੂੰ ਚਲਾਉਣਾ, ਉਹ 'ਚ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ। ਜਦੋਂ ਫ੍ਰੈਕਚਰ ਵਾਲੇ ਕੇਸ ਅਲੱਗ-ਅਲੱਗ ਮੈਗਟਸ ਪਏ ਹੋਏ, ਬਹੁਤ ਜ਼ਿਆਦਾ ਤਰਸਯੋਗ ਹਾਲਾਤਾਂ ਦੇ ਵਿੱਚ ਹੁਣ ਰੈਕਟਮ ਹੈ ਹੀ ਨਹੀਂ, ਹਸਪੀਟਲ ਨੇ ਸ਼ਿਫਟ ਕਰ ਦਿੱਤਾ ਚੰਡੀਗੜ੍ਹ ਤੋਂ। ਤੇ ਐਕਸੀਡੈਂਟ ਕੇਸ ਹੋਇਆ ਵਾ, ਉਸ ਬੱਚੇ ਦਾ ਵਾਰਸ ਕੋਈ ਹੈ ਨਹੀਂ ਉੱਥੇ, ਤੇ ਉਹ ਫਿਰ ਐਜ਼ ਇਟ ਇਜ਼ ਹੀ ਸਾਡੇ ਕੋਲ ਰੈਫਰ ਹੋ ਗਏ। ਫਿਰ ਉਹਨਾਂ ਨੂੰ ਸੰਭਾਲਣ ਦੇ ਲਈ, ਟਰੀਟਮੈਂਟ ਲਈ ਬਾਰ-ਬਾਰ ਫਿਰ ਡੇਟਾਂ ਲੈਣੀਆਂ। ਮੈਨੂੰ ਯਾਦ ਆ ਰਿਹਾ ਇੱਕ ਬੀਬੀ ਦੀ ਸਾਨੂੰ 1 ਸਾਲ ਲੱਗ ਗਿਆ ਡੇਟ ਲੈਣ ਨੂੰ। ਅੱਛਾ ਜੀ। ਤੇ ਇੱਕ ਨਹੀਂ ਬਹੁਤ ਸਾਰੇ ਕੇਸ ਉਹ ਕਹਿੰਦੇ ਇਹਦਾ ਆਪਰੇਸ਼ਨ ਨਹੀਂ ਹੋ ਸਕਦਾ, ਇਹਦੇ ਵਾਰਸ ਨਹੀਂ। ਮੈਂ ਕਿਹਾ ਡਾਕਟਰ ਨਾਲ ਜਿਹੜੇ ਉਹਨਾਂ ਦੇ ਹੈੱਡ ਸੀ ਉਸ ਵੇਲੇ ਪ੍ਰਿੰਸੀਪਲ ਡਾਇਰੈਕਟਰ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਇਹ ਦੱਸੋ ਜੇ ਇਸ ਬੀਬੀ ਦੀ ਡੈਥ ਹੋ ਗਈ, ਸੀਰੀਅਸ ਹੋ ਗਈ, ਡੈਥ ਹੋ ਗਈ, ਜ਼ਿੰਮੇਵਾਰ ਕੌਣ ਹੋਗਾ ਇਹ? ਵੀ ਤੁਸੀਂ ਡਾਕਟਰਾਂ ਦੀ ਟੀਮ ਬਣਾਓ ਤੇ ਡਿਸੀਜਨ ਲਓ ਵੀ ਇਹਦੇ ਵਾਰਸਾਂ ਦਾ ਪਤਾ ਨਹੀਂ ਲੱਗ ਰਿਹਾ, ਤੇ ਇਸ ਕਰਕੇ ਇਹਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਫਿਰ ਉਹਨਾਂ ਨੇ 5 ਡਾਕਟਰਾਂ ਦੀ ਟੀਮ ਬਣਾਈ। ਫਿਰ ਉਹਨੇ ਡਿਸੀਜਨ ਲਿਆ ਤਾਂ ਉਹਦਾ ਆਪਰੇਟ ਕੀਤਾ। ਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਬਹੁਤ ਲੰਮਾ ਸਮਾਂ ਸਾਨੂੰ ਧੱਕੇ ਹੀ ਖਾਣੇ ਪੈਂਦੇ ਸੀ। ਹਸਪੀਟਲਾਂ ਦੇ ਵਿੱਚ ਵੀ ਇੱਦਾਂ ਹੁੰਦਾ ਵੀ ਰਸ਼ ਬਹੁਤ ਜ਼ਿਆਦਾ ਹੈ, ਕੁਛ ਪਾਪੂਲੇਸ਼ਨ ਵੀ ਹੈ, ਕੁਛ ਸਿਸਟਮ ਵੀ ਤੁਹਾਨੂੰ ਪਤਾ ਹੈ। ਉਹਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ, ਹਿਮਾਚਲ ਦੇ, ਹਰਿਆਣੇ ਦੇ
ਰਾਜਸਥਾਨ ਦੇ, ਉਹ ਕੇਸ ਬਹੁਤ ਰੈਫਰ ਹੁੰਦੇ ਹੈ ਜੀ PGI ਨੂੰ, ਚੰਡੀਗੜ੍ਹ ਨੂੰ, ਜੀ ਤੇ ਇਸ ਕਰਕੇ ਉੱਥੇ ਟਾਈਮ ਜਿਹੜਾ ਵਾਕਈ ਕਾਫੀ ਲੱਗ ਜਾਂਦਾ ਹੈ। ਫਿਰ ਹਸਪੀਟਲ ਸਾਨੂੰ ਬਣਾਉਣਾ ਪਿਆ। ਹੁਣ ਹਸਪੀਟਲ ਦੇ ਵਿੱਚ ਡਾਕਟਰ ਹੈ, 4 OTs ਹੈਗੀਆਂ। ਅੱਛਾ ਜੀ। ਉਹਦੇ ਵਿੱਚ ਸਾਈਕੈਟਰਿਸਟ ਪਹਿਲਾਂ ਸਾਡੇ ਕੋਲ 1 ਹੁੰਦੇ ਸੀ, ਹੁਣ 2 ਸਾਈਕੈਟਰਿਸਟ ਹੈਗੇ ਆ, ਸਾਈਕੋਲੋਜਿਸਟ ਹੈਗੇ ਆ, 3 ਸਪੈਸ਼ਲ ਐਜੂਕੇਟਰ, ਕਿਉਂਕਿ ਸਪੈਸ਼ਲ ਬੱਚੇ ਵੀ ਹੈਗੇ। ਮਤਲਬ ਜਿਹੜੇ ਡੇਲੀ ਆ ਕੇ ਹੈਲਪ ਲੈਣ ਵਾਲੇ ਉਹ ਅਲੱਗ ਹੈਗੇ ਆ, ਉਹਨਾਂ ਦੀ ਗਿਣਤੀ ਵੀ ਮਤਲਬ ਲਗਭਗ 300 ਹੁੰਦੀ ਹੈ ਜੀ। ਤੇ ਬਾਕੀ ਜਿਹੜੇ ਉੱਥੇ ਰੂਟੀਨ ਦੇ ਵਿੱਚ 500 ਨਾਗਰਿਕ ਜਿਹੜਾ ਇਸ ਵੇਲੇ, ਜਿਹਦੇ ਵਿੱਚ ਬੱਚੇ ਹੈਗੇ ਆ, ਬੱਚਿਆਂ ਦੀਆਂ ਅਲੱਗ-ਅਲੱਗ ਹਾਲਾਤ, ਆਟਿਸਟਿਕ ਬੱਚੇ ਵੀ ਹੈਗੇ, ਮਲਟੀਪਲ ਡਿਸੇਬਿਲਿਟੀ ਵਾਲੇ ਬੱਚੇ ਵੀ ਹੈਗੇ, ਤੇ ਉਹਦੇ ਵਿੱਚ ਨਾਰਮਲ ਬੱਚੇ ਵੀ ਹੈਗੇ ਆ। ਵੀ ਪ੍ਰੈਗਨੈਂਟ ਲੇਡੀ ਆ ਕੇ ਉਹਨੇ ਬੱਚੇ ਨੂੰ 5 ਦਿਨਾਂ ਬਾਅਦ ਬੱਚੇ ਨੂੰ ਜਨਮ ਦਿੱਤਾ। ਜਿਹੜਾ ਮੈਂ 5 ਦਿਨਾਂ ਦੀ ਗੱਲ ਕਰਦਾ ਤਾਂ ਇੱਕ ਸੱਜਣ, ਉਹ ਮੈਨੂੰ ਭੁੱਲਦਾ ਨਹੀਂ ਉਹਦੇ ਡਾਇਲੌਗ, ਕਹਿੰਦੇ ਮੇਰੇ ਤੋਂ ਛੱਡਿਆ ਵੀ ਨਹੀਂ ਜਾ ਰਿਹਾ, ਮੈਂ 2 ਦਿਨ ਹੋ ਗਏ, ਕਹਿੰਦਾ ਇਗਨੋਰ ਕਰਦਾ, ਮੈਂ ਆਪਣੇ ਨਾਲ ਲਿੰਕ ਕਰੀ ਜਾਂਦਾ ਸੀ। ਮੈਂ ਕਿਹਾ ਅੱਛਾ ਹਾਂ ਇੱਦਾਂ ਹੁੰਦਾ ਏ। ਕਹਿੰਦੇ ਮੈਂ ਗੱਡੀ ਤੇ 2 ਦਿਨ ਲਗਾਤਾਰ ਇਹਦੇ ਲਾਗੇ ਨੂੰ ਨਿਕਲਦਾ ਰਿਹਾ, ਸ਼ਾਮ ਨੂੰ ਜਾਂਦਾ, ਪਰ ਅੱਜ ਮੇਰੇ ਕੋਲੋਂ ਨਿਕਲਿਆ ਨਹੀਂ ਜਾ ਰਿਹਾ। ਤੇ ਉਹ ਮੇਰੀ ਬ੍ਰੇਕ ਕਹਿੰਦੇ ਲੱਗ ਗਈ, ਹੁਣ ਮੈਨੂੰ ਪਤਾ ਲੱਗ ਨਹੀਂ ਰਿਹਾ ਕੁਛ, ਤੇ ਤੁਹਾਡਾ ਨੰਬਰ ਮਿਲਿਆ ਤੇ ਗੱਲ ਕੀ, ਉਹ ਫਟਾਫਟ ਫਿਰ ਮੈਂ ਕਿਹਾ ਅਸੀਂ ਆ ਰਹੇ ਹਾਂ। ਕਹਿੰਦੇ ਨਹੀਂ ਮੇਰੇ ਕੋਲ ਗੱਡੀ ਹੈ, ਮੈਂ ਲੈ ਆਉਣਾ। ਐਦਾਂ ਵੀ ਬਹੁਤ ਸਾਰੇ ਕੋਈ ਟੀਚਰਾਂ ਮਤਲਬ ਜਿਹੜੇ ਹੈਗੇ ਸੀ, ਉਹਨਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੋਂ ਉੱਥੇ ਬੀਬੀਆਂ ਦਾਖਲ ਹੋਈਆਂ, ਤੇ ਉਹ ਪ੍ਰੈਗਨੈਂਟ ਬੀਬੀ ਸੀ ਜਿਹੜੀ ਕਿ ਅਸੀਂ ਫਟਾਫਟ ਹਾਲਾਤ ਦੇਖ ਕੇ ਉਹਨੂੰ ਹਸਪੀਟਲ, ਉਸ ਵੇਲੇ ਸਾਡਾ ਸ਼ੁਰੂ ਨਹੀਂ ਸੀ ਹੋਇਆ ਪ੍ਰਭ ਆਸਰਾ ਦਾ, ਤੇ ਖਰੜ ਹਸਪੀਟਲ ਸ਼ਿਫਟ ਕੀਤੀ, ਬੱਚਾ ਬਿਲਕੁਲ ਨਾਰਮਲ ਜੀ, ਤੇ ਉਹਨੇ ਜਨਮ ਲਿਆ। ਇਸ ਤਰ੍ਹਾਂ ਹੀ ਕੋਈ ਜ਼ੁਲਮਾਂ ਤੋਂ ਪੀੜਤ ਬੀਬੀਆਂ, ਬੱਚੀਆਂ, ਹੁਣ ਬੱਚੀ 10 ਸਾਲ ਦੀ ਬੱਚੀ ਜ਼ੁਲਮ ਤੋਂ ਪੀੜਤ ਉੱਥੇ 5 ਦਿਨ ਹੋਸ਼ ਨਹੀਂ ਆਈ ਜੀ। ਉਹ ਮਤਲਬ ਉਹ ਬੱਚੇ ਨੂੰ ਜਨਮ ਦਿੱਤਾ, 5 ਦਿਨ ਹੋਸ਼ ਨਹੀਂ ਆਈ। ਉਸ ਤੋਂ ਬਾਅਦ ਫਿਰ ਜਦੋਂ ਪ੍ਰਭ ਆਸਰਾ ਦਾਖਲ ਹੋਏ, ਮਾਹੌਲ ਇੱਦਾਂ ਦਾ ਵੀ 100 ਬੱਚਾ ਉੱਥੇ ਰਹਿੰਦਾ, ਉਹਨਾਂ ਦੇ ਵਿੱਚ ਉਹ ਬੱਚੀ ਨੇ ਰਹਿਣਾ। ਫਿਰ ਉਹ ਬੜਾ ਸਵਾਲ ਬੱਚੀ ਦੇ ਲਈ ਵੀ, ਵਾਤਾਵਰਨ ਜਿਹੜਾ ਹੁੰਦਾ, ਮੈਂ ਇਸ ਬਾਰੇ ਵੀ ਗੱਲ ਕਰ ਰਿਹਾ ਸੀ। ਇਸ ਤਰ੍ਹਾਂ ਵਿੰਗ ਤਾਂ ਅਸੀਂ ਭਾਵੇਂ ਬਣਾਏ ਆ ਬੱਚੀਆਂ ਲਈ ਅਲੱਗ, ਪਰ ਇੰਨੇ ਵਿੰਗ ਅਲੱਗ ਨਹੀਂ। ਹੁਣ ਹਾਈਪਰ ਵੀ ਹੈ ਵਿੱਚ ਬੱਚੇ, ਬਿਲਕੁਲ ਬੈਡ ਰਿਡਰ ਵੀ ਹੈਗੇ, ਸੈਰੀਬਲ ਪਲਸੀ ਵਾਲੇ। ਬਠਿੰਡੇ ਦੇ ਕਰੈਡਲ ਦੇ ਵਿੱਚ ਉੱਥੇ ਥੱਲੇ ਬੱਚਾ ਆ ਗਿਆ, ਪਹੁੰਚ ਗਿਆ ਪ੍ਰਭ ਆਸਰਾ। ਮਾਨਸਾ ਆਇਆ, ਉਹ ਪਹੁੰਚ ਗਿਆ ਪ੍ਰਭ ਆਸਰਾ। ਇਸ ਤਰੀਕੇ ਨਾਲ ਅਲੱਗ-ਅਲੱਗ ਜਗ੍ਹਾ ਤੋਂ ਫਿਰ ਇੰਟੈਲੈਕਚੁਅਲ ਡਿਸੇਬਿਲਿਟੀ, ਮੈਂਟਲ ਇਲਨੈਸ ਵਾਲੇ ਬਹੁਤ ਜ਼ਿਆਦਾ ਨਾਗਰਿਕ ਹੈਗੇ, ਜਿਨ੍ਹਾਂ ਚੋਂ 1450 ਤੋਂ ਉੱਪਰ ਨਾਗਰਿਕ ਹੈ ਨਾ। ਮੈਂ ਪਿੱਛੇ ਰਿਪੋਰਟ ਦੇਖੀ ਸੀ ਵੀ ਕਿੰਨੇ ਕੁ ਰੀਯੂਨਾਈਟ ਹੋ ਗਏ। ਮਿਸ਼ਨ ਮਿਲਾਪ, ਵਿਛੜੇ ਹੋਇਆਂ ਦਾ ਮਿਲਾਪ ਜੀ। ਕੋਈ ਟ੍ਰੈਜਡੀ ਕਰਕੇ, ਕੋਈ ਡਾਕਟਰ ਸੀ, ਕੋਈ ਪ੍ਰੋਫੈਸਰ ਸੀ, ਕੋਈ ਘੱਟ ਪੜ੍ਹਿਆ ਸੀ, ਕੋਈ ਅਲੱਗ-ਅਲੱਗ ਕੰਮ ਕਰਦੇ ਸੀ। ਖੇਤੀਬਾੜੀ ਵਾਲੇ IAS ਦੀ ਟ੍ਰੇਨਿੰਗ ਕਰ ਰਿਹਾ ਸੀ ਇੱਕ ਲੜਕਾ, ਅੱਛਾ ਜੀ, ਤੇ ਉਹ ਡਿਪਰੈਸ਼ਨ ਦੇ ਵਿੱਚ ਚਲੇ ਗਏ। ਤੇ ਜਦੋਂ ਪਰਿਵਾਰ ਮਿਲਦੇ ਆ ਫਿਰ ਦੱਸਦੇ ਹੈਗੇ ਜੀ, ਤੇ ਅਲੱਗ-ਅਲੱਗ ਜਿਵੇਂ ਇੱਕ ਬੜੀਆਂ ਉੱਚੀਆਂ ਸਟੇਟ ਦੀਆਂ ਪਦਵੀਆਂ ਤੇ ਕੰਮ ਕਰਨ ਵਾਲੇ, ਜਾਂ ਜਿਨ੍ਹਾਂ ਦੇ ਆਪਣੇ ਬੜੇ ਅੱਛੇ ਕੰਮਕਾਰ ਸੀ, ਪਰ ਅਖੀਰਲੇ ਸਮੇਂ 'ਚ ਪੈਰਾਲਾਈਸਿਸ ਹੋ ਗਿਆ, ਮਤਲਬ ਹੁਣ ਇਕੱਲੇ ਵੀ ਨਹੀਂ ਰਹੇ, ਪਰ ਉਹ ਬੱਚਿਆਂ ਵੱਲੋਂ ਇਗਨੋਰ ਹੋ ਗਏ। ਤੇ ਕਈਆਂ ਦੇ ਘਰ 'ਚ ਇਕੱਲੇ ਰਹਿ ਗਏ, ਹੁਣ ਸਮੈਲ ਆ ਰਹੀ ਹੈਗੀ ਹੈ। ਬੱਚਾ ਇੱਕ ਹੈਗਾ ਹੈ, ਕਿ ਇਹ ਵੀ ਕੇਸ ਹੈਗਾ ਹੈ ਨਾ, ਇੱਕ 7 ਫੇਸ ਦੇ ਵਿੱਚ, ਤੇ ਉਹ ਪਰ ਬੱਚੇ ਨੇ ਇਗਨੋਰ ਕਰਤਾ ਬੁਰੀ ਤਰ੍ਹਾਂ ਉਹਨੂੰ, ਤੇ ਹੁਣ ਇਕੱਲਾ ਹੈ। ਤੇ ਦੋਸਤ ਨੂੰ ਉਹਨੂੰ ਬਹੁਤ ਜ਼ਿਆਦਾ ਆਪਣੇ ਫਰਜ਼ਾਂ ਦਾ ਅਹਿਸਾਸ ਹੋ ਰਿਹਾ। ਉਹ ਕਹਿੰਦਾ ਮੈਂ ਟਿਫਨ ਦੇ ਪੈਸੇ ਡਬਲ ਦੇ ਕੇ ਵੀ ਦੇਖ ਲਏ, ਪਰ ਕੋਈ ਅੰਦਰ, ਮੇਰਾ ਫਰੈਂਡ ਹੈਗਾ ਸੀ, ਪੈਕ ਦੇ ਵਿੱਚ ਇਕੱਠੇ ਪੜ੍ਹਦੇ ਸੀ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ, ਜਿੱਥੇ ਐਡਮਿਸ਼ਨਾਂ ਵੀ ਔਖੀਆਂ ਹੁੰਦੀਆਂ, ਬੜੀ ਅੱਛੀ ਪੋਸਟ 'ਤੇ ਕੰਮ ਕਰਦੇ ਸੀ। ਕਹਿੰਦੇ ਵੀ ਪਰ ਹੁਣ ਅੰਦਰ ਕੋਈ ਵੜਦਾ ਹੀ ਨਹੀਂ, ਤੇ ਖਾਣਾ ਲੈ ਕੇ ਨਹੀਂ ਵੜਦਾ, ਸਮੈਲ ਆ ਰਹੀ ਹੈ ਬਾਹਰ ਬਹੁਤ। ਅੱਛਾ, ਵੀ ਮੈਂ ਬਹੁਤ ਕੋਸ਼ਿਸ਼ ਕਰਕੇ ਦੇਖ ਲਈ, ਹੁਣ ਕੋਈ ਹੱਲ ਨਹੀਂ ਨਿਕਲਦਾ। ਤੇ ਉਹਨੇ ਫੋਨ ਕੀਤਾ, ਤੇ ਅਸੀਂ ਪ੍ਰਭ ਆਸਰਾ ਦੀ ਟੀਮ ਉੱਥੇ ਗਈ, ਤੇ ਦੇਖਿਆ ਵੀ ਨਾਲ ਦੀਆਂ ਕੋਠੀਆਂ ਵਾਲੇ ਵੀ ਬਾਹਰ ਖੜੇ ਸੀ ਜੀ, ਤੇ ਬਸ ਕਹਿੰਦਾ ਮੈਨੂੰ ਸਾਇਨਾਈਡ ਦੇ ਦੇ, ਮੇਰੀ ਮੌਤ ਹੋ ਜਾਏ। ਅੱਛਾ, ਜਿਹੜੀਆਂ ਗੱਲਾਂ ਬਹੁਤ, ਇੰਜੀਨੀਅਰਿੰਗ ਕਾਲਜ ਦਾ ਸਟੂਡੈਂਟ ਨਹੀਂ, ਉਹ ਤਾਂ ਬੜੀ ਅੱਛੀ ਵੱਡੀ ਪੋਸਟ 'ਤੇ ਕੰਮ ਕਰ ਰਹੇ ਸੀ ਹੁਣ। ਅੱਛਾ ਜੀ, ਪਰ ਪੈਰਾਲਾਈਸਿਸ ਹੋਣ ਤੋਂ ਬਾਅਦ ਮਾਂ-ਬਾਪ ਚਲੇ ਗਏ, ਤੇ ਉਸ ਤੋਂ ਬਾਅਦ ਜੀਵਨ ਸਾਥੀ ਬਾਈ ਚਾਂਸ ਉਹ ਵੀ ਚਲੇ ਗਿਆ, ਤੇ ਬੱਚੇ ਨੇ ਉਹ ਆਪਣੀ ਜ਼ਿੰਦਗੀ ਜੀਣ ਲੱਗੇ ਵਿਆਹ ਕਰਾ ਕੇ, ਤੇ ਉਹਨਾਂ ਵੱਲੋਂ ਇਗਨੋਰ ਹੋ ਗਿਆ। ਜਿਹੜੇ ਭੈਣ ਹੋਰ ਦੂਜੀਆਂ ਭੈਣਾਂ ਜਾਂ ਰਿਸ਼ਤੇਦਾਰ ਸੀ, ਉਹਨਾਂ ਵੱਲੋਂ ਇਗਨੋਰ ਹੋ ਗਿਆ। ਕੋਠੀ ਹੈਗੀ ਬਥੇਰੀ ਵੱਡੀ, ਸਭ ਕੁਛ ਹੈਗਾ, ਬਹੁਤ ਕੁਛ ਜੀ। ਸਟੇਟ ਦੀਆਂ ਪੋਸਟਾਂ ਵਾਲੇ 9 ਫੇਸ ਦੇ ਵਿੱਚੋਂ ਸਾਹਮਣੇ ਵੀ ਬਹੁਤ ਵੱਡੀ ਕੋਠੀ, ਮਤਲਬ ਕੀ ਦੱਸੀ, ਇੱਧਰ ਵੀ ਬ੍ਰਿਗੇਡੀਅਰ ਦੇ ਸਾਹਮਣੇ ਮਿਨਿਸਟਰ ਦੀ ਜੀ, ਪਰ ਉਹ ਬੰਦੇ ਵਿਚਾਰੇ ਅੰਦਰੋਂ ਰੋਟੀ ਕੁਰਲਾ ਰਹੇ। ਉਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਸੀ, ਜਿਹਦੇ ਵਿੱਚ ਫਿਰ ਸਾਰੇ ਡਿਪਰੈਸ਼ਨ ਦੇ ਵਿੱਚ, ਇਹ ਵੀ ਨਹੀਂ ਸਾਨੂੰ ਪਤਾ ਲੱਗ ਰਿਹਾ, ਕਈ ਫੈਮਲੀਆਂ ਦੇ ਵਿੱਚ ਸਾਰੇ ਡਿਪਰੈਸ਼ਨ 'ਚ, ਤੇ ਉਹਨਾਂ ਨੂੰ ਕੋਈ ਕੇਅਰ ਕਰਨ ਵਾਲਾ ਕੋਈ ਵੀ ਨਹੀਂ। ਜਦੋਂ ਬਾਹਰ ਪੁੱਛਿਆ ਮੈਂ ਕਿਹਾ ਕਿੰਨੀ ਦੇਰ ਤੋਂ ਅੰਦਰ, ਕਹਿੰਦੇ ਜੀ 10 ਸਾਲ ਤੋਂ ਅਸੀਂ ਗਲੀ 'ਚ ਨਹੀਂ ਦੇਖੇ, ਸਟਰੀਟ 'ਚ ਨਹੀਂ ਦੇਖੇ। ਹੁਣ ਇੱਦਾਂ ਪੜ੍ਹੇ ਲਿਖਿਆਂ ਦੇ ਸ਼ਹਿਰ ਦੇ ਵਿੱਚ ਜਦੋਂ ਇਹ ਹਾਲਾਤ ਬਣ ਜਾਣ, ਤਾਂ ਇੱਦਾਂ ਲੱਗਦਾ ਹੈ ਵੀ ਸਾਡੀ ਲੋਕਤੰਤਰ, ਸਾਡੀ ਇਨਸਾਨੀਅਤ, ਸਾਡੀ ਧਾਰਮਿਕਤਾ, ਸਾਡੀ ਅਧਿਆਤਮਿਕਤਾ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਹਨ। ਬਿਲਕੁਲ, ਤੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਸਮੈਲ ਬਹੁਤ ਕੇਸ ਹੈ। ਹੁਣ ਇੱਕ ਨੀਲਾ ਮੈਨੂੰ ਸਨੀ ਕਰੀਆ ਵਾਲੇ ਯਾਦ ਆਈ ਜਾ ਰਹੇ, ਗੁਰਦਾਸਪੁਰ ਦੇ ਕੇਸ ਯਾਦ ਆਈ ਜਾ ਰਹੇ ਜੀ,
ਜਿਨ੍ਹਾਂ ਦੇ ਮਤਲਬ ਹਾਲਾਤ ਇਦਾਂ ਦੇ ਕਿ ਅੰਦਰੋਂ ਫਿਰ ਸਮੈਲ ਹੀ ਆਉਣ ਲੱਗ ਗਈ ਸਾਨੂੰ ਜਦੋਂ ਬਾਅਦ 'ਚ ਪਤਾ ਲੱਗਿਆ। ਜੀ। ਤੇ ਇਹ ਨਾਗਰਿਕਾਂ ਦੇ ਲਈ ਫਿਰ ਉੱਥੇ ਅਸੀਂ ਕੋਸ਼ਿਸ਼ ਕੀਤੀ ਕਿ ਮੇਲ ਦਾ ਇੱਕ ਸੈਕਸ਼ਨ ਅਲੱਗ, ਫੀਮੇਲ ਦਾ ਅਲੱਗ। ਹੁਣ ਇਹ ਕਹਿਣ ਨੂੰ ਤਾਂ ਗੱਲ ਛੋਟੀ ਜੀ ਹੈ ਜੀ, ਪਰ ਮੇਲ ਦੇ ਵਿੱਚ ਇੰਟੈਲੈਕਚੁਅਲ ਡਿਸੇਬਿਲਿਟੀ ਵਾਲੇ 18 ਸਾਲ ਤੋਂ ਉੱਪਰ ਤੇ ਮੈਂਟਲ ਇਲਨੈਸ ਵਾਲੇ, ਉਹਨਾਂ ਦੀਆਂ ਕੈਟਾਗਰੀਜ਼ ਬਿਹੇਵੀਅਰ ਅਲੱਗ-ਅਲੱਗ। ਤੇ ਇੱਕ ਬੱਚੇ ਨੂੰ ਦਾਖਲ ਕਰਕੇ ਹਟੇ, ਸਾਡੇ ਕੋਲ ਲੁਧਿਆਣੇ ਤੋਂ ਪਹੁੰਚਿਆ ਤੇ ਸਾਈਕੈਟ੍ਰਿਸਟ ਨੇ ਚੈੱਕ ਕੀਤਾ ਸਾਰਾ ਕੁਝ, ਕਹਿੰਦੇ ਨਹੀਂ ਠੀਕ ਹੈ ਜੀ ਆਪਾਂ ਇਹਨੂੰ ਵਿੱਚੇ ਰੱਖ ਸਕਦੇ ਹਾਂ। ਤੇ ਉਸ ਨੇ ਇਹੋ ਜਿਹੀ ਦੰਦੀ ਵੱਢੀ ਦੂਜੇ ਦੇ, ਉਹ ਨੱਕ ਹੀ ਅਲੱਗ ਹੋ ਗਿਆ। ਓਕੇ। ਤੇ ਜਦੋਂ ਨੱਕ ਅਲੱਗ ਹੋਇਆ, ਉਹ ਜਿਹੜੇ ਦੂਜੇ ਸਰਜਨ ਸੀ ਨਾ ਲੋਕਲ, ਤੇ ਉਹਨਾਂ ਤੋਂ ਉਸ ਵੇਲੇ ਸਾਡਾ ਹਸਪੀਟਲ ਨਹੀਂ ਸੀ ਸ਼ੁਰੂ ਹੋਇਆ ਜੀ, ਉਹਨਾਂ ਤੋਂ ਜੁੜਿਆ ਵੀ ਨਹੀਂ। ਫਿਰ ਇੱਕ ਸਾਨੂੰ ਚੰਡੀਗੜ੍ਹ ਡਾਕਟਰ ਮਿਲਿਆ ਜਿਹਨੇ ਉਹ ਨੱਕ ਨੂੰ ਬਿਲਕੁਲ ਜੋੜਿਆ ਤੇ ਅਲੱਗ ਹੋਏ ਨੂੰ ਜੋੜਿਆ। ਤੇ ਕਈ ਵਾਰ ਮਤਲਬ ਇਹ ਹੁੰਦਾ ਨਾ ਉਹਨਾਂ ਦੀ ਮੈਂਟਲ ਹੈ ਕਿੱਦਾਂ ਦਾ ਬਿਹੇਵੀਅਰ, ਕਿੱਦਾਂ ਦਾ ਡਿਸਟਰਕਟਿਵ ਬਿਹੇਵੀਅਰ ਹੈ, ਆਪਣੇ ਲਈ ਤੇ ਦੂਜਿਆਂ ਲਈ ਹਾਰਮਫੁਲ ਹੈਗਾ, ਉਹਨਾਂ ਨੂੰ ਅਲੱਗ ਕਰਨਾ। ਔਰ ਇੰਪਰੂਵ ਹੁੰਦੇ ਆ ਬੜੀ ਜਲਦੀ, ਫਿਰ ਐਸੀ ਗੱਲ ਨਹੀਂ ਕਿ ਇੰਪਰੂਵ ਨਹੀਂ ਹੁੰਦੇ। ਬਿਲਕੁਲ। ਤੇ ਇਸ ਕਰਕੇ ਇਹਨਾਂ ਦੇ ਲਈ ਫਿਰ ਬਜ਼ੁਰਗਾਂ ਨੂੰ ਵਿੱਚ ਮੁਸ਼ਕਲ ਆਉਂਦੀ ਹੈ। ਬਜ਼ੁਰਗਾਂ ਦੀਆਂ ਆਪਣੀਆਂ ਕੈਟਾਗਰੀਜ਼ ਹੈ, ਕੋਈ ਬੈੱਡ ਰਿਡਨ ਬਜ਼ੁਰਗ ਹੈ, ਡਿਮੈਂਸ਼ੀਆ ਵਾਲਾ ਹੈ, ਤੇ ਕੋਈ ਬਜ਼ੁਰਗ ਜਿਹੜਾ ਹੈਗਾ ਉੱਦਾਂ ਕੋਈ ਘਰ ਦੇ ਵਿੱਚ ਨਹੀਂ ਰਿਹਾ, ਤੇ ਜਾਂ ਕਈਆਂ ਦੇ ਜਿਵੇਂ ਆਪਾਂ ਕਹਿੰਦੇ ਸ਼ਾਦੀ ਨਹੀਂ ਕਰਾਈ, ਇੱਦਾਂ ਦੇ ਬਜ਼ੁਰਗ ਵੀ ਹੈਗੇ ਧਰਮਸ਼ਾਲਾ ਦੇ ਦਿਨ ਕੱਟ ਰਹੇ, ਤਰਸ ਆਉਂਦਾ ਰੋਟੀ ਖਿਲਾ ਦਿੰਦਾ। ਇਹ ਪੰਜਾਬ ਦੀ ਧਰਤੀ ਤੇ ਵੀ ਕਾਫੀ ਹੋ ਰਿਹਾ ਹੈ, ਸਾਰੇ ਦੇਸ਼ ਵਿੱਚ ਹੀ ਹੈ। ਪਰ ਆਪਾਂ ਜੋ ਦੇਖ ਰਹੇ ਹਾਂ ਇਸ ਵੇਲੇ ਸਾਡੇ ਸਾਹਮਣੇ ਆ ਰਹੇ ਕੇਸ, ਅਲੱਗ-ਅਲੱਗ ਜ਼ਿਲ੍ਹਿਆਂ ਦੇ ਇੰਨੇ ਫੋਨ ਆਉਂਦੇ ਆ ਜੀ। ਤੇ ਉੱਥੇ ਬਸ ਹੁਣ ਇਹੀ ਸੋਚ ਰਹੇ ਸੀ ਵੀ ਕਿਸ ਤਰੀਕੇ ਨਾਲ ਹੈਲਪਲਾਈਨ ਤੇ ਬੰਦਾ ਬੈਠਿਆ, ਇੱਕ ਕੋਸ਼ਿਸ਼ ਉਹਦੇ ਲਈ ਵੀ ਕੀ ਟੀਮ ਕਿੱਦਾਂ ਦੀ ਚਾਹੀਦੀ ਹੈ। ਹੁਣ ਸਾਡੇ ਕੋਲ ਜਦੋਂ ਫੋਨ ਆ ਰਿਹਾ, ਫਿਰੋਜ਼ਪੁਰ ਵੀ ਚਲੋ ਅਸੀਂ ਸੰਡੇ ਨੂੰ ਗਏ ਜੇ ਸਾਨੂੰ ਫੋਨ ਆਇਆ, ਪਰ ਉਸ ਵੇਲੇ ਤੜ ਕੇ ਬੰਦਾ ਜਾਨ ਦੇ ਚੁੱਕਿਆ ਸੀ। ਨੌਜਵਾਨਾਂ ਨੇ ਹੈਲਪ ਕੀਤੀ ਉਹਦੇ ਜੀ, ਲੈ ਕੇ ਗਏ, ਪਰ ਮੌਕੇ ਤੇ ਹਾਲਾਤ ਇਦਾਂ ਦੇ ਆ ਵੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ। ਤੇ ਇਹੋ ਜਿਹੀਆਂ ਘਟਨਾਵਾਂ ਮਤਲਬ ਜਿਹੜਾ ਜ਼ਿਆਦਾ ਸੀਰੀਅਸ ਕੇਸ ਸੀ, ਮਰਿੰਡਾ ਸੁਣਿਆ ਹੋਣਾ ਤੁਸੀਂ ਸ਼ਾਇਦ, ਮਰਿੰਡੇ ਤੋਂ ਖਰੜ ਹਾਈਵੇ ਤੇ ਨੌਜਵਾਨਾਂ ਨੂੰ ਤਰਸ ਆਇਆ, ਨੌਜਵਾਨ ਦੇ ਉੱਤੇ ਉਹ ਪਿਆ ਸੀ ਤੇ ਕੋਈ ਜ਼ਖਮ ਹੋ ਗਿਆ, ਪਰ ਉਹ ਤੁਹਾਨੂੰ ਪਤਾ ਨਹੀਂ ਸਫਾਈ ਰੱਖ ਸਕਿਆ। ਡਿਪਰੈਸ਼ਨ ਚੀਜ਼ ਐਸੀ ਹੁੰਦੀ ਹੈ, ਉਹ ਚੱਕ ਕੇ ਲੋਕਲ ਹਸਪੀਟਲ ਲੈ ਗਏ, ਉਹਨਾਂ ਨੇ ਰੈਫਰ ਕਰਤਾ ਪੀਜੀਆਈ ਦੇ ਵਿੱਚ। ਉਹ ਕਹਿੰਦੇ ਕੌਣ ਹੈ ਇਹਦੇ ਨਾਲ, ਕਹਿੰਦੇ ਜੀ ਸਾਨੂੰ ਪਤਾ ਨਹੀਂ ਵੀ ਨਾਲ ਤਾਂ ਕੋਈ ਨਹੀਂ ਹੈ। ਕਹਿੰਦੇ ਫਿਰ ਤੁਸੀਂ ਕਿੱਦਾਂ ਜੀ? ਤੇ ਉਹਨਾਂ ਨੇ ਪੁਲਿਸ ਨੂੰ ਫਟਾਫਟ ਬੁਲਾਇਆ, ਤੁਹਾਨੂੰ ਪਤਾ ਪੀਜੀਆਈ ਦੇ ਵਿੱਚ ਰਸ਼ ਬਹੁਤ ਹੁੰਦਾ, ਪੁਲਿਸ ਨੇ ਕਿਹਾ ਵੀ ਇਹਨੂੰ ਫਟਾਫਟ ਪ੍ਰਭ ਆਸਰਾ ਲੈ ਜਾਓ। ਉਹਨਾਂ ਨੇ ਡਾਇਰੈਕਟਰੀ 'ਚ ਨੰਬਰ ਲਿਖਿਆ ਵਾ ਸਾਡਾ ਜੀ। ਮੈਂ ਵੀ ਹੈਰਾਨ ਸੀ ਵੀ ਤੁਹਾਡੇ ਕੋਲ ਨੰਬਰ ਸਾਡਾ ਕਿੱਥੋਂ ਆ ਜਾਂਦਾ ਐਡਰੈਸ, ਉਹ ਕਹਿੰਦੇ ਅਸੀਂ ਲਿਖਿਆ ਹੋਇਆ ਹੈਗਾ। ਤੇ ਉਹਨਾਂ ਨੇ ਸਾਡੇ ਕੋਲ ਭੇਜਿਆ, ਨੌਜਵਾਨ ਲੈ ਕੇ ਆਏ। ਤੇ ਉਸ ਵੇਲੇ ਜਿਸ ਵੇਲੇ ਫਿਰ ਉਹਦੀ ਉਹ ਖੋਲ੍ਹੇ ਕੱਪੜੇ ਜੇ ਖੋਲ੍ਹੇ ਜੋ ਉਹਨੇ ਬੰਨੇ ਹੋਏ ਸੀ ਉੱਪਰ, ਤੇ ਉਹਦੇ 'ਚੋਂ ਫਿਰ ਮੈਗਟਸ ਜਿਹੜੇ ਗੋਡੇ ਤੋਂ ਲੈ ਕੇ ਉੱਪਰ ਨੀਂਹ ਤੋਂ ਲੈ ਕੇ ਗਿੱਟਿਆਂ ਦੇ ਵਿੱਚੋਂ ਕੀੜੇ ਸਾਰੇ ਜੋ ਨਿਕਲ ਰਹੇ ਸੀ, ਟਰਪੰਟੀਨ ਆਇਲ ਪਾ ਕੇ ਫਿਰ ਉਹ 'ਚ ਮਤਲਬ ਜੋ ਸਾਡੇ ਕੋਲ ਹੈਗਾ ਸੀ, ਜੋ ਅਸੀਂ ਪਾ ਸਕਦੇ ਸੀ, ਤੇ ਜਾਂ ਜੋ ਮਤਲਬ ਜਿਵੇਂ ਜਿਵੇਂ ਹੈ ਨਾ ਸਾਡੀ ਟੀਮ ਕਰਦੀ ਹੈ, ਡਾਕਟਰ ਜਿਹੜੇ ਜਿਵੇਂ, ਪਰ ਉਸ ਵੇਲੇ ਡਾਕਟਰ ਆਪ ਨਹੀਂ ਸੀ ਮੌਜੂਦ, ਫਾਰਮਾਸਿਸਟ ਹੈਗੇ ਸੀ ਜੀ। ਤੇ ਚਲੋ ਇੰਨੀ ਕੁ ਜਿੰਨਾ ਕੁ ਸਾਨੂੰ ਪਤਾ ਹੁੰਦਾ ਉਹਨਾਂ ਕੁ ਅਸੀਂ, ਤੇ ਲਾਈਕ ਉਹਦੇ 'ਚ ਜੋ ਟਰਪੰਟੀਨ ਆਇਲ ਪਾਇਆ, ਬਹੁਤ ਮੈਗਟਸ ਬਾਹਰ ਨਿਕਲੇ। ਘਬਰਾਹਟ ਉਹਨੂੰ ਇੰਨੀ ਹੋ ਰਹੀ, ਮਤਲਬ ਉਹਨੂੰ ਵੋਮਿਟਿੰਗ ਦਾ ਹੈ ਨਾ ਬਾਹਰੋਂ ਅਹਿਸਾਸ। ਤੇ ਗੱਲ ਕੀ ਜੀ, ਰਾਤ ਨੂੰ ਫਿਰ ਉਹਦੇ ਇਹ ਸਾਰਾ ਕੁਛ, ਇੱਕ ਕੇਸ ਨਹੀਂ ਹੋਰ ਵੀ ਆਏ ਇਹ ਕੇਸ ਦੇ ਨਾਲ ਦੇ ਜੀ। ਤੇ ਉਹ ਵੀ 11:30 ਵਜੇ ਰਾਤ ਨੂੰ ਜੀ, ਆਹੀ ਹਾਲਤ ਉਹਨਾਂ ਦੇ ਵੀ ਲੱਤ ਦੀ ਜਿਹੜੀ ਸੀ। ਤੇ ਇਹ ਚੀਜ਼ ਇੱਦਾਂ ਦੇ ਜਾਣੀ ਕਾਫੀ ਕੇਸ ਹੈ, ਪਰ ਉਹਦੀ ਲੱਤ ਬਿਲਕੁਲ ਸੇਫ ਸੀ। ਅਗਲੇ ਦਿਨ ਐਕਸਰੇ ਕਰਾਇਆ, ਉਹ ਬਿਲਕੁਲ ਠੀਕ ਠਾਕ। ਥੋੜ੍ਹੇ ਦਿਨਾਂ ਦੇ ਵਿੱਚ ਹੀ ਜਦ ਦੇਖਿਆ, ਮੈਂ ਉਧਰ ਰਾਊਂਡ ਦੇ ਰਿਹਾ ਸੀ, ਉਹ ਬਜ਼ੁਰਗ ਨੂੰ ਪਾਣੀ ਪਿਲਾ ਰਿਹਾ ਨੌਜਵਾਨ। ਅੱਛਾ, ਕੀ ਬਾਤ ਆ। ਤੇ ਥੋੜ੍ਹੇ ਦਿਨਾਂ ਬਾਅਦ ਉਹਦੇ ਵਾਰਸ ਮਿਲ ਗਏ ਜਿਹੜੇ ਉਹਨੂੰ ਚਿਰਾਂ ਤੋਂ ਲੱਭਦੇ ਫਿਰ ਰਹੇ ਸੀ। ਮਤਲਬ ਸੰਗਤ ਜਿਹੜੀ ਹੈਗੀ, ਮੈਂ ਆਹੀ ਕਹਿੰਦੇ ਵੀ ਸੰਗਤ ਨੂੰ ਸਲੂਟ ਹੈ, ਭਾਵਨਾਵਾਂ ਨੂੰ, ਵੀ ਜਿਹੜੇ ਮਾਲਕ ਨੂੰ ਪਸੰਦ ਆ ਜਾਂਦੇ ਆ ਨਾ, ਮੈਨੂੰ ਲੱਗਦਾ ਉਹਨਾਂ ਤੇ ਵਿਸ਼ੇਸ਼ ਜੀ, ਉਹਨਾਂ ਤੋਂ ਫਿਰ ਉਹ ਆਪਣੇ ਇਹ ਸ੍ਰਿਸ਼ਟੀ ਤੇ ਜਿਹੜੀ ਚਲਾ ਰਿਹਾ ਆਪਣਾ ਪ੍ਰੋਜੈਕਟ ਹੈ ਉਹਦਾ ਸ੍ਰਿਸ਼ਟੀ ਦਾ, ਉਹ ਜੀਵਨ ਦੀ ਫਿਰ ਲੈ ਲੈਂਦਾ ਹੈ ਸੇਵਾ। ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਬਾਕੀ ਤਾਂ ਚੌਕੀਦਾਰ ਬਣੇ ਹੋਏ ਸਾਰੀ ਉਮਰ ਚੌਕੀਦਾਰੀ ਕਰਦੇ ਰਹਿ ਜਾਂਦੇ ਆ। ਅਖੀਰਲੇ ਸਮੇਂ 'ਚ ਕਹਿੰਦੇ ਜਾਂ ਕੋਈ ਪੁੱਛਦਾ ਨਾ, ਰਿਸਰਚ ਹੁੰਦੀ, ਰਿਸਰਚ ਹੋਈ ਹੈ ਕਈ ਜਗ੍ਹਾ ਇਸ ਕੰਟਰੀ 'ਚ ਵੀ ਜੀ। ਉਹਦੇ ਵਿੱਚ ਵੀ ਮੈਨੂੰ ਇੱਕ ਲੜਕੀ ਨੇ ਦੱਸਿਆ ਵੀ, ਕਹਿੰਦੇ ਵੀ ਜਦੋਂ ਮੈਂ ਪੁੱਛਿਆ ਨਾ ਵੀ ਤੁਸੀਂ ਕਿਵੇਂ ਫੀਲ ਕਰ ਰਹੇ ਹੁਣ ਇਸ ਬੈੱਡ 'ਤੇ ਪਏ ਹੈ, ਕਹਿੰਦੇ ਵੀ ਇੱਕੋ ਜਿਹਾ ਹੀ ਲਗਭਗ ਸਾਰਿਆਂ ਦਾ ਜਵਾਬ ਮਿਲਿਆ ਕਿ ਅਸੀਂ ਕਰਨਾ ਚਾਹੁੰਦੇ ਸੀ, ਦਿਲ ਚਾਹੁੰਦਾ ਸੀ ਵੀ ਅਸੀਂ ਕਰਨਾ ਹੈ, ਪਰ ਕਹਿੰਦੇ ਹੁਣ ਸਮਾਂ ਨਹੀਂ ਬਚਿਆ, ਅਸੀਂ ਕਰ ਸਕਦੇ ਸੀ, ਮਨ 'ਚ ਆਈ ਜਾਂਦਾ ਉਹਨਾਂ ਦੇ, ਸਾਨੂੰ ਕਰਨਾ ਚਾਹੀਦਾ ਸੀ, ਪਰ ਹੁਣ ਸਮਾਂ ਨਹੀਂ ਬਚਿਆ। ਪਰ ਇਸ ਕਰਕੇ ਮੈਨੂੰ ਲੱਗਦਾ ਜਿਹੜੇ ਕਿਸੇ ਲੋੜਵੰਦ ਦੀ, ਗਰੀਬ ਦੀ ਬਾਂਹ ਫੜਦੇ, ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ, ਇਹ ਸੰਸਾਰ ਦੇ ਲੋਗੋ ਜਿਨ੍ਹਾਂ ਨੂੰ ਤੁਸੀਂ ਬੰਦੇ ਵੀ ਨਹੀਂ ਸਮਝਦੇ ਹੁੰਦੇ ਨਾ ਜੀ, ਆਪ ਉਹਨਾਂ ਦੀ ਜਗ੍ਹਾ ਖੜ ਕੇ ਨਹੀਂ ਸੋਚਦੇ ਵੀ ਨੀਚ ਕਹਿੰਦੇ ਆ, ਕਹਿੰਦੇ ਮੈਂ ਅਤ ਨੀਚ ਦੀ ਗੱਲ ਕਰ ਲੈਂਦਾ ਵੀ
ਨੀਚਾ ਅੰਦਰ ਨੀਜਾ ਤੇ ਨੀਚੀ ਹੋ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ, ਨਾਨਕ ਤਿਨ ਕੈ ਸੰਗ ਸਾਥ। ਵੀ ਨਾਨਕ ਤੁਹਾਨੂੰ ਉੱਥੇ ਮਿਲੂਗਾ। ਵੱਡਿਆਂ ਸੋ ਗੈਰੀ ਜਿੱਥੇ ਨੀ ਸਮਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ਼। ਜੇ ਹੁਣ ਕੋਈ ਤੁਸੀਂ ਕਿਸੇ ਦੇ ਕੰਮ ਆਉਂਦੇ ਹੋ ਨਾ, ਇਹਦਾ ਮਤਲਬ ਗੁਰੂ ਨਾਨਕ ਦੇਵ ਜੀ ਤੁਹਾਡੇ ਨਾਲ ਹੈ। ਨਾਨਕ ਤਿੰਨ ਕੈ ਸੰਗ ਸਾਥ ਹੈ। ਇਸ ਕਰਕੇ ਸਰਬੰਸ ਲਾਤੇ ਗੁਰੂ ਸਾਹਿਬ ਨੇ। ਲੋੜ ਪਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੱਡੇ ਵੱਡੇ ਮਤਲਬ ਕਹਿ ਲਓ ਸ਼ੈਲਟਰ ਹੋਮ ਵੀ ਬਣਾਏ। ਬਿਲਕੁਲ। ਤੇ ਜੇ ਲਾਹੌਰ ਦੇ ਵਿੱਚ ਪ੍ਰੋਬਲਮ ਆਈ ਸੀ, ਉਸ ਵੇਲੇ ਹਰਿਮੰਦਰ ਸਾਹਿਬ ਦੀ ਵੀ ਸੇਵਾ ਚੱਲ ਰਹੀ ਸੀ, ਪਰ ਮਹਾਰਾਜ ਨੇ ਦੇਖਿਆ ਲਾਹੌਰ ਦੇ ਵਿੱਚ ਪ੍ਰੋਬਲਮ ਜ਼ਿਆਦਾ ਆ ਗਈ ਤੇ ਲਾਹੌਰ ਦੀਆਂ ਗਲੀਆਂ ਤੇ ਬਾਜ਼ਾਰ ਜਿਹੜੇ ਸੀ ਬਿਮਾਰਾਂ ਨਾਲ ਭਰਨ ਲੱਗੇ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਸਿੱਖ ਸੰਗਤਾਂ ਨਾਲ ਤੇ ਹਰਿਮੰਦਰ ਸਾਹਿਬ ਦੀਆਂ ਗੋਲਕਾਂ ਵੀ ਉੱਥੇ ਇਤਿਹਾਸ ਜ਼ਿਕਰ ਆਉਂਦਾ ਵੀ ਗੋਲਕਾਂ ਵੀ ਮਹਾਰਾਜ ਨੇ ਉੱਥੇ ਗੋਲਕ ਨੂੰ ਹਰਿਮੰਦਰ ਸਾਹਿਬ ਦੀ ਉੱਥੇ ਲਗਾਇਆ ਤੇ ਯਤੀਮਾਂ ਲਈ ਘਰ ਬਣਾਏ। ਕਿਹੜੇ ਗੁਰੂ ਸਾਹਿਬ ਜਿਹੜੇ ਸਾਨੂੰ ਸਮਝਾ ਰਹੇ ਹਨ, ਜਿਹਨੇ ਸਾਨੂੰ ਚੱਜ ਸਿਖਾਉਣ ਦੇ ਲਈ ਇਲਾਹੀ ਬਾਣੀ ਜਿਹੜੀ ਧੁਰ ਤੋਂ ਆਈ ਹੋਈ ਹੈ, ਜੀਵਨ ਜਾਚ ਸਿਖਾਉਣ ਦੇ ਲਈ ਗੁਰਮਿਲ ਚੱਜ ਆਚਾਰ ਸਿੱਖ ਲੈ ਤੁਧ ਕਦੇ ਨਾ ਲੱਗੇ ਦੁੱਖ। ਨਾ ਕੋਈ ਅਲਟਰਾਸਾਊਂਡ ਨਾ ਕੋਈ ਟੈਸਟ ਦੱਸਦਾ ਕਿ ਜੇ ਤੂੰ ਦੁੱਖਾਂ ਤੋਂ ਅੱਜ ਪਰੇਸ਼ਾਨ ਹੈ, ਤੇਰੇ ਦੁੱਖਾਂ ਦਾ ਖਹਿੜਾ ਤੇ ਤੋਂ ਛੁੱਟ ਜਾਏਗਾ, ਤੇਰੇ ਅੰਦਰ ਸੁੱਖ ਅਤੇ ਸ਼ਾਂਤੀ ਤੈਨੂੰ ਪ੍ਰਾਪਤ ਹੋ ਜੂਗੀ। ਜਿਹੜੀ ਤਖਤਾਂ ਤੇ ਬੈਠ ਕੇ ਰਾਜੇ ਤੜਫਦੇ ਦਿਖਦੇ ਆ ਨਾ, ਇਨਸਿਕਿਉਰਿਟੀ ਦੇ ਫੇਅਰ ਦੇ ਵਿੱਚ ਵੀ ਦਿਖਦੇ ਆ ਨਾ, ਤੇ ਕਹਿੰਦੇ ਤੈਨੂੰ ਇਹ ਸੁੱਖ ਪ੍ਰਾਪਤ ਹੋ ਜਾਊਗਾ ਪਰ ਚੱਜ ਸਿੱਖ ਲਾ ਕੇ। ਤੇ ਉਹ ਚੱਜ ਸਿਖਾਉਣ ਵਾਸਤੇ ਜਿਹੜੇ ਗੁਰੂ ਸਾਹਿਬ ਨੇ ਕਿਹਾ ਨਾ, ਗੋਬਿੰਦ ਮਿਲਣ ਕੀ ਹੈ ਤੇਰੀ ਵਰਿਆ ਪ੍ਰਕਾਸ਼ ਤੇਰਾ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਨਾਮ ਦੀ ਵੀ ਕਿੱਦਾਂ ਮਹਾਰਾਜ, ਹੁਣ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਦੇਖੀਏ ਵੀ ਗੁਰੂ ਸਾਹਿਬ ਨੇ ਕੇਵਲ ਨਾਮ ਦੀ ਗੱਲ ਜਿਹੜੀ ਹੈ ਉਹਨੂੰ ਜਪਣ ਦੀ ਗੱਲ ਕਿੱਦਾਂ ਕੀਤੀ ਹੋਈ ਹੈ, ਕਿੱਦਾਂ ਸਾਨੂੰ ਸਮਝਾਇਆ। ਤੇ ਫਿਰ ਜਿਹੜੇ ਗੁਰੂ ਸਾਹਿਬ ਕਹਿੰਦੇ ਜਪ ਕੇਵਲ ਨਾਮ ਦੀ ਗੱਲ ਕਰਦੇ ਆ ਨਾ, ਤੇ ਉਸ ਵੇਲੇ ਫਿਰ ਉਹ 6 ਹੱਟਾਂ ਖੂਹ ਦੇ ਵਿੱਚ ਵੀ ਪਾ ਰਹੇ। ਬਿਲਕੁਲ। ਉਹ ਫਿਰ ਕੋੜੀਆਂ ਲਈ ਵੀ ਘਰ ਤਰਨਤਾਰਨ ਸਾਹਿਬ ਦੇ ਵਿੱਚ ਵੱਡੀ ਜਗ੍ਹਾ ਲੈ ਕੇ, ਸਭ ਤੋਂ ਪਹਿਲਾਂ ਲੈਪਰੋਸੀ ਤੋਂ ਪੀੜਤ ਜੋ ਸਮੇਂ ਦੀਆਂ ਲੋੜਾਂ ਸੀ ਉਹਨਾਂ ਲਈ ਘਰ ਬਣਾਏ। ਬਹੁਤ ਵੱਡਾ ਇਤਿਹਾਸ ਹੈ ਗੁਰੂ ਸਾਹਿਬ ਦਾ, ਸੰਸਾਰ ਦੇ ਨਾਲ, ਸਮਾਜ ਦੇ ਨਾਲ, ਪਰਿਵਾਰ ਵਾਲਾ ਰਿਸ਼ਤਾ, ਸਿਰਜਣਹਾਰ ਦਾ ਪਿਆਰ ਜਿਹੜਾ ਸੀ ਨਾ, ਸਮਾਜ ਦੇ ਪਿਆਰ ਦੇ ਵਿੱਚ ਕਿੱਦਾਂ ਕਨਵਰਟ ਹੋਇਆ, ਅਨੇਕਤਾ ਵਿੱਚ ਇੱਕੋ ਇੱਕ ਦੇਖਿਆ। ਜਿਵੇਂ ਭਾਈ ਘਨੱਈਆ ਜੀ ਹੋਣਾ ਨੇ, ਭਾਵੇਂ ਕੋਈ ਮਾਰਨ ਆਉਂਦਾ ਸੀ, ਹੁਣ ਸਾਨੂੰ ਤਾਂ ਕੋਈ ਮਾੜੀ ਜੀ ਗੱਲ ਕਹਿ ਦੇਵੇ ਸਾਨੂੰ ਤਾਂ ਚੜ ਜਾਂਦਾ ਗੁੱਸਾ ਚੜ ਜਾਂਦਾ। ਤੇ ਉਹ ਕਿੱਥੇ ਚਾਂਦਨੀ ਚੌਂਕ ਕਿੰਨਾ ਕੁਛ ਪਿੱਛੇ ਪਹਿਲਾਂ ਵਾਪਰਿਆ। ਤੇ ਉਹ ਫਿਰ ਜਦੋਂ ਮਾਰਨ ਵਾਸਤੇ ਆਉਂਦੇ ਸੀ ਤੇ ਗੁਰੂ ਸਾਹਿਬ ਨੇ ਉਹਨੂੰ ਰੋਕਣ ਵਾਸਤੇ ਖਾਲਸਾ ਅਕਾਲ ਪੁਰਖ ਦੀ ਫੌਜ ਖੜੀ ਕੀਤੀ। ਤੇ ਉਹ ਰੋਕਣ ਵਾਸਤੇ ਸੀ, ਕਿਸੇ ਦੇ ਅਟੈਕ ਕਰਨ ਵਾਸਤੇ ਨਹੀਂ ਸੀ, ਅਟੈਕਾਂ ਨੂੰ ਰੋਕਣ ਵਾਸਤੇ ਸੀ। ਪਰ ਉਹ 6 ਵੱਜਦੀ ਸੀ, ਭਾਈ ਘਨੱਈਆ ਜੀ ਦੀ ਡਿਊਟੀ ਲਾਈ ਹੋਈ ਸੀ, ਬੜੀ ਸਮਦ੍ਰਿਸ਼ਟੀ ਨਾਲ ਪਾਣੀ ਪਿਲਾਉਂਦੇ। ਸਮਦ੍ਰਿਸ਼ਟੀ ਦਾ ਸਿਧਾਂਤ ਤਾਂ ਗੁਰੂ ਸਾਹਿਬ ਨੇ ਸ਼ੁਰੂ ਤੋਂ ਬਖਸ਼ਿਆ ਹੋਇਆ। ਕਹਿੰਦੇ ਏਕ ਦ੍ਰਿਸ਼ਟ ਕਰ ਸਮਸਰ ਜਾਣੇ ਜੋਗੀ ਕਈ ਐਸੋਏ, ਕਹਿੰਦੇ ਜੋਗੀ ਪ੍ਰਵਾਨ ਹੈ ਤੂੰ ਜੇ ਤੇਰੇ ਅੰਦਰ ਸਮਦ੍ਰਿਸ਼ਟੀ ਹੈ। ਇੱਕੋ ਧਰਮ ਦੇ ਜਿਹੜਾ ਸੱਚ ਕੋਈ ਦੀ ਗੱਲ ਕੀਤੀ ਹੈ। ਕਹਿੰਦੇ ਸੱਚ ਕਮਾਵੇ ਸੋਈ ਕਾਜੀ, ਕਹਿੰਦੇ ਕਾਜੀ ਪ੍ਰਵਾਨ ਹੈ ਸੱਚ ਕਮਾਵੇ ਜੇ ਕਿਤੇ, ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੋਦਾ ਸੋਈ ਹਾਜੀ। ਇਸ ਕਰਕੇ ਸੱਚ ਦਾ, ਸੰਤੋਖ ਦਾ, ਸਮਦ੍ਰਿਸ਼ਟੀ ਦਾ, ਸਹਿਨਸ਼ੀਲਤਾ ਦਾ, ਦਇਆ ਦਾ, ਪ੍ਰੇਮ ਦਾ, ਦਇਆ ਧਰਮ ਦਇਆ ਕਾ ਪੂਤ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਹੈ, ਦਇਆ ਹੈ, ਪ੍ਰੇਮ ਹੈ, ਨਿਡਰਤਾ ਹੈ, ਨਿਰਵੈਰਤਾ ਹੈ। ਇਹ ਗੁਰੂ ਸਾਹਿਬ ਨੂੰ ਗੁਣ ਪਾਉਂਦੇ ਆ ਨਾ। ਮਹਾਰਾਜ ਕਹਿੰਦੇ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ। ਇਹਨਾਂ ਨੂੰ ਜੀਵਨ ਦਾ ਆਧਾਰ ਬਣਾ ਲਈਏ। ਸਾਡਾ ਜੀਵਨ ਵੀ, ਸਾਡਾ ਪਰਿਵਾਰਿਕ ਜੀਵਨ ਵੀ ਤੇ ਸਮਾਜ ਵੀ ਜਿਹੜਾ ਸੁਖੀ ਤੇ ਖੁਸ਼ਹਾਲ ਬਣ ਸਕਦਾ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਡੈਮੋ ਦੇ ਦੇ ਕੇ ਸਮਝਾਇਆ ਹੋਇਆ ਹੈ। ਇਸ ਕਰਕੇ ਲੋੜਵੰਦ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਕੋਈ ਵੀ ਭੁੱਖਾ ਹੈਗਾ ਉਸ ਨੂੰ ਪ੍ਰਸ਼ਾਦਾ ਛਕਾ ਦੇਣਾ, ਕੋਈ ਵਿਚਾਰਾ ਜ਼ਖਮੀ ਹੈਗਾ ਤੇ ਉਹਦੀ ਹੈਲਪ ਕਰਦੇ ਨੇ, ਕਿਸੇ ਦੀ ਮੱਲਮ ਪੱਟੀ ਜਿਹੜੀ ਹੈਗੀ ਹੈ ਤੇ ਜਾਣੀ ਜਿੱਥੇ ਵੀ ਮਿਲਦਾ ਉੱਥੇ ਹੈਲਪ ਕਰਨੀ ਚਾਹੀਦੀ ਹੈ। ਪਰ ਸੰਗਤ ਦੇ ਸਹਿਯੋਗ ਨਾਲ ਪ੍ਰਭ ਆਸਰਾ ਸੰਸਥਾ ਕੁਰਾਲੀ ਦੇ ਵਿੱਚ, ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਦੇ ਜਿਹੜੀਆਂ ਮੱਲਮ ਪੱਟੀਆਂ ਕਰਕੇ ਕਿੰਨੇ ਕੁ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਸੰਗਤ ਦੇ ਸਹਿਯੋਗ ਦੇ ਨਾਲ ਆਪਣੇ ਪੈਰਾਂ ਤੇ ਖੜੇ ਹੋ ਕੇ ਦੁਬਾਰਾ ਫਿਰ ਆਦਰ ਸਤਿਕਾਰ ਨਾਲ ਸਮਾਜ ਦੇ ਵਿੱਚ ਜ਼ਿੰਦਗੀ ਜੀਣ ਦੇ ਕੈਪੇਬਲ ਬਣੇ। ਤੇ ਕਿੰਨੇ ਹੀ ਮਤਲਬ ਸੈਂਕੜੇ ਆਪਣੇ ਵਾਰਸਾਂ ਦੇ ਹਵਾਲੇ ਵੀ ਹੋਏ ਤੇ ਸੈਂਕੜੇ ਜਿਹੜੇ ਉੱਥੇ ਰਹਿ ਕੇ ਹੁਣ ਉੱਥੇ ਕੇਅਰ ਦਾ, ਟਰੀਟਮੈਂਟ ਦਾ, ਜਿਵੇਂ ਮੈਡੀਕਲ ਪੈਰਾਮੈਡੀਕਲ ਸਟਾਫ ਜਿਹੜਾ ਹੈਗਾ ਉਹਦੀ ਗਿਣਤੀ ਕਾਫੀ ਹੈ। ਤੇ ਉਸ ਦੇ ਵਿੱਚ ਫਿਰ ਐਜੂਕੇਸ਼ਨ ਦਾ ਬੱਚਿਆਂ ਦਾ, ਜਿਹੜੀਆਂ ਬੱਸਾਂ ਅਲੱਗ-ਅਲੱਗ ਜਗ੍ਹਾ ਤੇ ਲੈ ਕੇ ਜਾਂਦੀਆਂ, ਸਪੈਸ਼ਲ ਬੱਚਿਆਂ ਨੂੰ ਉੱਥੇ ਹੀ, ਅਜੇ ਸਕੂਲ ਨਹੀਂ ਬਣਿਆ ਸਪੈਸ਼ਲ ਬੱਚਿਆਂ ਦਾ, ਪਰ ਉਹਨਾਂ ਲਈ ਉੱਥੇ ਹਾਲ ਦੇ ਵਿੱਚ ਸਪੈਸ਼ਲ ਐਜੂਕੇਟਰ, ਸਾਈਕੋਲੋਜਿਸਟ ਜਿਹੜੀ ਉਹਨਾਂ ਦੀ ਕਲਾਸਿਸ ਲੈਂਦੇ ਹੈ। ਤੇ ਉਹਦੇ ਨਾਲ ਨਾਲ ਵੋਕੇਸ਼ਨਲ ਦਾ ਸ਼ੁਰੂ ਕੀਤਾ ਵੀ ਆਪਣੇ ਪੈਰਾਂ ਦੇ ਪਹਿਲਾਂ ਸੈਲਫ ਕੇਅਰ ਟ੍ਰੇਨਿੰਗ ਸਪੈਸ਼ਲ ਬੱਚਿਆਂ ਨੂੰ, ਅਲੱਗ-ਅਲੱਗ ਉਸ ਤੋਂ ਪੀੜਤ ਹੈਗੇ ਆ, ਅਲੱਗ-ਅਲੱਗ ਉਹਨਾਂ ਦੀਆਂ ਸਟੇਜਿਸ ਹੈਗੀਆਂ। ਤੇ ਉਹ ਕੋਸ਼ਿਸ਼ ਕਰਦੇ ਆ ਵੀ ਪਰਮਾਤਮਾ ਦੀ ਕਿਰਪਾ ਨਾਲ ਕੋਈ ਜਿਹੜਾ ਬਹੁਤ ਹੀ ਜ਼ਿਆਦਾ ਸਮਾਜ ਦੇ ਵਿੱਚ ਹਾਲਾਤ ਬਣੇ ਹੋਏ ਨਾ। ਹੁਣ ਜਦੋਂ ਫਿਗਰਸ ਦੇਖਦੇ ਆ, ਨੈਸ਼ਨਲ ਇੰਸਟੀਚਿਊਟ ਫਾਰ ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ, ਨੈਸ਼ਨਲ ਸਰਵੇ ਜਿਹੜੇ ਹੋਏ ਆ ਅਲੱਗ-ਅਲੱਗ, ਯੂਨੀਸੈਫ ਨੇ ਵੀ ਕੀਤਾ, ਉਹਦੇ ਵਿੱਚ ਦੇਖਦੇ ਆ ਕਿ ਤਾਂ ਡਿਪਰੈਸ਼ਨ ਰੇਟ ਕਾਫੀ ਹੈ, ਜਾਣੀ ਔਨ ਰਿਕਾਰਡ ਵੀ 13.6 ਆ ਰਿਹਾ। ਹੁਣ ਜਿੱਥੇ 3 ਕਰੋੜ ਤੋਂ ਉੱਪਰ ਦੀ 3.5 ਕਰੋੜ ਦੀ ਆਬਾਦੀ ਹੋਣੀ ਪੰਜਾਬ ਦੀ, ਬਿਲਕੁਲ ਜੀ। ਤੇ ਉੱਥੇ ਜੇ ਹੁਣ ਤੁਸੀਂ 13% 10% ਹੀ ਲਾ ਲਓ ਤੇ ਮਤਲਬ
35 ਲੱਖ। ਬਿਲਕੁਲ, ਪਹਿਲੀ ਗੱਲ ਤਾਂ ਉਹਨਾਂ ਔਨ ਰਿਕਾਰਡ ਜਿਹੜੇ ਉਹ ਵੀ ਘੱਟ ਹੈ, ਕਿਉਂਕਿ ਰਿਕਾਰਡ ਬਣਾਉਣਾ ਕਿਹੜਾ ਸੌਖਾ, ਹਰ ਚੀਜ਼ ਤੇ ਹਰ ਰਿਕਾਰਡ ਤੇ ਆਉਂਦੀ ਵੀ ਨਹੀਂ, ਬਣਾਉਣਾ ਕਿੱਦਾਂ ਉਹਦਾ, ਹੈ ਨਾ। ਇਹਨੀ ਤਾਂ ਅਵੇਅਰਨੈਸ ਵੀ ਨਹੀਂ। ਸਾਡੇ ਤਾਂ ਮੈਂਟਲ ਹੈਲਥ ਕਹਿਣ ਤੋਂ ਪਹਿਲਾਂ ਮੈਂਟਲ ਸ਼ਬਦ ਦੇ ਉੱਤੇ ਇਰੀਟੇਟ ਹੋ ਜਾਂਦੇ ਆ। ਬਿਲਕੁਲ ਵੀ ਮੈਂਟਲ, ਬਿਲਕੁਲ, ਨਾਲੇ ਕਿ ਫਿਜ਼ੀਕਲ ਹੈਲਥ ਜਿਹੜੀ ਹੈਗੀ ਹੈ ਨਾ, ਉਹਦੇ ਲਈ ਤਾਂ ਫਿਰ ਵੀ ਜੇ ਸਮਝਦੇ ਆ ਕਿ ਹਾਂ ਇਹਨੂੰ ਪ੍ਰੋਬਲਮ ਹੈ, ਇਹਦੇ ਲੱਤ 'ਤੇ ਸੱਟ ਵੱਜੀ, ਇਹਨੂੰ ਹਸਪਤਾਲ ਲਿਜਾਣਾ ਚਾਹੀਦਾ, ਪਰ ਜੇ ਮੈਂਟਲ ਹੈਲਥ ਜਿਹਦੀ ਖਰਾਬ ਹੋ ਜਾਂਦੀ ਹੈ, ਬਿਲਕੁਲ, ਉਹਨੂੰ ਤਾਂ ਕਈ ਵਾਰ ਇਹ ਕਹਿੰਦੇ ਜਾਣ ਕੇ ਕਰਦਾ। ਬਿਲਕੁਲ, ਇਹ ਜਿਹੜਾ ਮੈਂਟਲ ਹੈਲਥ 'ਤੇ ਮੈਂ ਗੱਲ ਕਰਨੀ ਵੀ ਚਾਹੁੰਦਾ ਸੀ ਭਾਈ ਸਾਹਿਬ, ਤੁਹਾਡੇ ਵਿਚਾਰ ਜਾਣਨੇ ਚਾਹੁੰਦਾ ਸੀ, ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਸਮਝਾਇਆ ਕਿੰਨੇ ਕੇਸ ਜਿਹਦਾ 13% ਜਿਹੜੀ ਆ 13.6% ਔਨ ਰਿਕਾਰਡ ਆ, 40 ਲੱਖ ਤੋਂ ਉੱਪਰ ਹੋ ਗਏ। ਹਾਂ, 40 ਲੱਖ ਤੋਂ ਉੱਪਰ, ਜਿਹੜਾ ਪੰਜਾਬ ਦੇ ਅੰਕੜੇ ਆ ਇਹ ਮਤਲਬ ਜਿਹੜੀ ਮੈਂਟਲ ਹੈਲਥ ਆ ਇਹ ਇੰਨੀ ਵਰਸ ਹੋਣ ਦੇ ਕਾਰਨ ਕੀ ਲੱਗਦੇ? ਕਿਉਂਕਿ ਜਿਹੜਾ ਵਰਡ ਡਿਪਰੈਸ਼ਨ ਆ, ਜੇ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਇਹ ਸਾਡੇ ਸਮਾਜ ਦੇ ਵਿੱਚ ਐਗਜ਼ਿਸਟ ਨਹੀਂ ਸੀ ਕਰਦਾ। ਇਹ ਪਿਛਲੇ ਕਈ ਸਾਲਾਂ ਤੋਂ 15-20 ਸਾਲਾਂ ਤੋਂ ਇਹ ਜਿਹੜਾ ਸ਼ਬਦ ਆ ਵੱਡਾ ਹੁੰਦਾ ਜਾਂਦਾ, ਮੈਂਟਲ ਹੈਲਥ ਸਾਡੇ ਲਈ ਜਿਹੜੀ ਆ ਉਹ ਵੱਡਾ ਹੁੰਦਾ ਜਾਂਦਾ ਆ, ਚੈਲੰਜ ਬਣਦਾ ਜਾਂਦਾ। ਇਹਦੇ ਕਾਰਨ ਕੀ ਲੱਗਦੇ ਆ ਤੁਹਾਨੂੰ? ਮੈਨੂੰ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਵੀ ਜਿਹੜਾ ਅੱਗੇ ਸਾਨੂੰ ਨਾ ਸੰਗਤ ਅੱਛੀ ਮਿਲਦੀ ਸੀ, ਸੰਸਕਾਰ ਅੱਛੇ ਮਿਲਦੇ ਸੀ, ਸੰਗਤ ਦੇ ਵਿੱਚੋਂ ਹੀ ਸੰਸਕਾਰ ਮਿਲਣੇ। ਬਿਲਕੁਲ, ਉਹ ਸੰਗਤ ਘਰ ਦੇ ਵਿੱਚ ਜਿਹੜੀ ਹੁੰਦੀ ਸੀ ਉਹਦੇ ਵਿੱਚ ਮਹਾਨ ਪੁਰਸ਼ਾਂ ਦੀ ਸੰਗਤ, ਉਹਨਾਂ ਦੀਆਂ ਸਾਖੀਆਂ, ਉਹ ਗੁਰਬਾਣੀ ਦੀ ਸੰਗਤ ਜਿਹੜੀ ਸੀ ਨਾ, ਉਹ ਗੁਰੂ ਦੀ ਬਾਣੀ, ਫਿਰ ਗੁਰੂ ਦੀਆਂ ਜੀਵਨ ਜਿਹੜਾ ਸੀ, ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਉਣੀਆਂ, ਇਹ ਜਿਹੜੀਆਂ ਉਹਦਾ ਮਨ ਦੇ ਉੱਤੇ ਕਿੰਨਾ ਪ੍ਰਭਾਵ ਪੈਂਦਾ ਸੀ। ਮਾੜਾ ਜਿਹਾ ਸੰਗ ਦੇ ਵਿੱਚ ਜਾਂਦੇ ਨੇ, ਹੁਣ ਜਿਵੇਂ ਪਾਣੀ ਹੈ, ਉਹ ਮਾੜਾ ਜਿਹਾ ਦੁੱਧ ਦੇ ਸੰਗ ਵਿੱਚ ਚਲੇ ਗਿਆ, ਹੁਣ ਉਹਦੇ ਵਿੱਚ ਮੰਨ ਲਓ ਭਾਵੇਂ ਅਸੀਂ 20% ਦੁੱਧ ਪਾ ਤਾ, ਹੁਣ ਜਦੋਂ 20% ਦੁੱਧ ਨੇ ਸੰਗ ਕਰ ਲਿਆ, ਪਾਣੀ ਨੇ ਸੰਗ ਕਰ ਲਿਆ, ਦੁੱਧ ਦਾ ਰੂਪ ਬਦਲ ਗਿਆ ਜੀ, ਗੁਣੇ ਬਦਲ ਗਏ ਉਹਦੇ। ਉਹ ਕਹਿੰਦੇ ਲੈ ਠੰਡ ਪੈ ਗਈ। ਹੁਣ ਅੱਜ ਕੱਲ੍ਹ ਗਰਮੀ ਹੈ ਨਾ, ਉੱਥੇ ਉਹ ਕੱਚੀ ਲੱਸੀ ਦਿੰਦੇ ਆ। ਬਿਲਕੁਲ, ਉਹ ਕੱਚੀ ਲੱਸੀ ਨਾਲ ਮਤਲਬ ਇੰਨੀਆਂ ਉਹਦਾ ਇੱਕ ਡਿਫਰੈਂਟ ਇਫੈਕਟ ਹੈਗਾ। ਤੇ ਇਸ ਕਰਕੇ ਕਈ ਵਾਰ ਗਰਮੀ ਜੀ ਨਾਲ ਮੈਂ ਤਾਂ ਬੜਾ ਅਸੀਂ ਮਹਿਸੂਸ ਕਰਦੇ ਹੁੰਦੇ, ਉਹ ਕਹਿੰਦੇ ਨਹੀਂ ਇਹ ਲੱਸੀ ਬੜੀ ਅੱਛੀ ਹੈ ਕੀ ਹੈ, ਪਾਣੀ ਬੜਾ ਸੰਗਤ ਗਈ ਹੈ ਨਾ, ਵੀ ਸੰਗਤ ਮਹਾਰਾਜ ਕਹਿੰਦੇ ਬਲਹਾਰੀ ਗੁਰ ਆਪਣੇ ਦਿਹਾੜੀ ਸਦ ਬਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ। ਵੀ ਸੰਗ ਵਿੱਚ ਜੇਕਰ ਅਸੀਂ ਗੁਰੂ ਦੇ ਸਿਧਾਂਤ ਦੇ ਸੰਗ ਦੇ ਵਿੱਚ ਮਾੜਾ ਜਿਹਾ ਵੀ ਚਲੇ ਜਾਈਏ ਨਾ, ਤੇ ਉਸੇ ਵੇਲੇ ਜਿਵੇਂ ਤਾਰ ਜੁੜਦੀ ਸਾਰ ਲਾਈਟ ਆ ਜਾਂਦੀ ਹੈ ਨਾ, ਹਨੇਰੇ ਤੋਂ ਚਾਨਣ ਠੋਕਰਾਂ ਖਾਂਦੇ ਸੀ ਹਨੇਰੇ ਵਿੱਚ। ਉਹ ਕਹਿੰਦੇ ਕਿੱਦਾਂ ਆਪਾਂ, ਉਹ ਪਿੱਛੇ ਕਹਿੰਦੇ ਕਨੈਕਸ਼ਨ ਟੁੱਟਿਆ ਹੋਇਆ ਸੀ, ਪਿੱਛੇ ਲਾਈਟ ਹੈਗੀ ਸੀ, ਫਿਊਜ਼ ਉੜਿਆ ਹੋਇਆ ਸੀ, ਉਹ ਫਿਊਜ਼ ਜਦੋਂ ਜੁੜ ਗਿਆ, ਉਹ ਜਿਹੜੀਆਂ ਠੋਕਰਾਂ ਖਾਂਦੇ ਸੀ, ਪਰੇਸ਼ਾਨ ਸੀ, ਅੰਦਰ ਕਿੰਨਾ ਰੌਲਾ ਪੈ ਰਿਹਾ ਸੀ, ਉਹ ਲਾਈਟ ਹੁੰਦੀ ਸਾਰ ਹਨੇਰਾ ਜਿਹੜਾ ਸੀ ਦੂਰ ਹੋ ਗਿਆ, ਰਾਹ ਦਿਸਣਾ ਸ਼ੁਰੂ ਹੋ ਗਿਆ। ਤੇ ਜਦੋਂ ਨਹੀਂ ਦਿਸਦਾ ਹੁੰਦਾ ਨਾ, ਚਾਨਣਾ ਨਹੀਂ ਹੁੰਦਾ, ਫਿਰ ਤਾਂ ਜਿਹੜੀ ਰੱਸੀ ਆ ਉਹ ਵੀ ਸੱਪ ਲੱਗਣ ਲੱਗ ਜਾਂਦੀ ਹੈ। ਬਿਲਕੁਲ, ਤੇ ਜਦੋਂ ਚਾਨਣਾ ਕਰ ਲੈਂਦੇ ਆ ਫਿਰ ਪਤਾ ਲੱਗ ਜਾਂਦਾ ਵੀ ਨਹੀਂ ਯਾਰ ਇਹ ਤਾਂ ਰੱਸੀ ਉਹ ਹੈ, ਨਹੀਂ ਤਾਂ ਬੰਦਾ ਪਿੱਛੇ ਮੁੜੀ ਜਾਂਦਾ ਹੈਗਾ, ਡਰੀ ਜਾਂਦਾ। ਇਸ ਕਰਕੇ ਜਦੋਂ ਵੀ ਜਿਹੜਾ ਸਾਡੇ ਅੰਦਰ ਡਰ ਬੈਠਿਆ ਹੋਇਆ ਨਾ ਅੱਜ, ਵੀ ਹਾਏ ਮੈਂ ਆਹ ਨਾ ਹੋ ਜਾਵੇ, ਹਾਏ ਆਹ ਨਾ ਹੋ ਜਾਵੇ, ਤੇ ਸਾਨੂੰ ਮਾਂ-ਬਾਪ ਤੋਂ ਜਿਹੜੇ ਅੱਛੇ ਸੰਸਕਾਰ ਹੈ ਨਾ, ਉਹਨਾਂ ਦੀ ਵੱਡੇ ਪੱਧਰ ਤੇ ਘਾਟ ਮਹਿਸੂਸ ਹੋ ਰਹੀ ਹੈ। ਅੱਜ ਟਾਈਮ ਹੀ ਨਹੀਂ ਹੈਗਾ ਸਾਡੇ ਕੋਲ ਬੱਚਿਆਂ ਨਾਲ ਬੈਠਣ ਦਾ। ਬੱਚਿਆਂ ਨੂੰ ਤਾਂ ਅੱਗੇ ਜਿਹੜੀਆਂ ਸਾਖੀਆਂ ਸੁਣਾਉਂਦੇ ਸੀ, ਗੁਰੂ ਸਾਹਿਬ ਦੇ ਜੀਵਨ ਬਾਰੇ ਸਮਝਾਉਂਦੇ ਸੀ, ਇਤਿਹਾਸ ਦੱਸਦੇ ਸੀ, ਤੇ ਬਾਣੀ ਜਿਹੜੀ ਸੀ ਉਹ ਜੇ ਪੜ੍ਹੀ ਜਾਂਦੀ ਸੀ, ਤੇ ਦਾਦਾ ਦਾਦੀ ਤੇ ਨਾਨਾ ਨਾਨੀ ਬਹੁਤ ਅੱਛੀਆਂ ਚੀਜ਼ਾਂ, ਬੜਾ ਕੁਝ ਸਿਖਾਉਂਦੇ ਹੁੰਦੇ ਸੀ। ਮੈਨੂੰ ਤਾਂ ਯਾਦ ਹੈ ਹੁਣ ਤੱਕ ਵੀ ਸਾਡੇ ਦਾ ਮਤਲਬ ਸ਼ਾਮ ਨੂੰ ਜਿਹੜਾ ਸੀ ਨਾ, ਇਹ ਹੋਣਾ ਹੀ ਹੈ ਵੀ ਸੌਣ ਤੋਂ ਪਹਿਲਾਂ ਇਹ ਚੀਜ਼ਾਂ ਤੇ ਇੱਕ ਬਾਤਾਂ ਹੁੰਦੀਆਂ ਸੀ, ਕਹਿੰਦੇ ਬੁੱਝੋ ਭਾਈ। ਬਿਲਕੁਲ, ਬਾਤ ਉਹ ਬਾਤ ਕਹਿੰਦੇ ਆਤਾ ਪਤਾ ਦੱਸੋ ਜਰਾ ਜੀ। ਤੇ ਇਸ ਕਰਕੇ ਉਹਦੇ ਨਾਲ ਜਿਹੜਾ ਸੀ ਦਿਮਾਗ ਇੱਕ ਹੋਰ ਸ਼ੇਪ ਲੈ ਲੈਂਦਾ ਸੀ, ਖੁੱਲਦਾ ਸੀ ਜੀ। ਤੇ ਇਸ ਕਰਕੇ ਫਿਰ ਅੱਗੇ ਸਕੂਲ ਜਿਹੜੇ ਸੀ ਉਹਦੇ ਵਿੱਚ ਟੀਚਰ ਜਿਹੜੇ ਸੀ ਮਾਂ-ਬਾਪ ਕਹਿੰਦੇ ਸੀ ਵੀ ਖਿੱਚ ਕੇ ਰੱਖੀ ਬੱਚੇ ਨੂੰ, ਸ਼ਰਾਰਤਾਂ ਨਾ, ਵੀ ਜੇ ਜ਼ਿਆਦਾ ਸ਼ਰਾਰਤਾਂ ਕਰੂਗਾ ਥੋੜਾ ਜਿਹਾ ਸਖਤੀ ਵੀ ਵਰਤ ਲਿਓ। ਤੇ ਅੱਜ ਕੋਈ ਕਹਿੰਦਾ, ਅੱਜ ਕਹਿੰਦਾ ਬੱਚੇ ਨੂੰ ਤੁਸੀਂ ਏਦਾਂ ਕਿਉਂ ਕਹਿ ਦਿੱਤਾ, ਕਹਿ ਕਿਵੇਂ ਦਿੱਤਾ ਹੈ ਨਾ। ਤੇ ਬੱਚੇ ਨੂੰ ਜਿੱਥੇ ਸਮਝਾਉਣ ਦੀ ਲੋੜ ਹੈ, ਤੇ ਮਾਂ-ਬਾਪ ਦੀ ਤੇ ਜਿਹੜੀ ਭਾਵਨਾ ਸੀ ਜੀ, ਤੇ ਜਾਂ ਟੀਚਰ ਦੀ ਭਾਵਨਾ, ਹੁਣ ਅਸੀਂ ਚਾਹੁੰਦੇ ਤਾਂ ਹੈਗੇ ਆ ਕਿ ਬੱਚਾ ਬਹੁਤ ਸਟਰੋਂਗ ਹੋਣਾ ਚਾਹੀਦਾ ਮੈਂਟਲੀ ਜੀ, ਤੇ ਬੱਚੇ ਦੇ ਅੰਦਰ ਇਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਆ। ਭਾਈ ਗੁਣ ਕਿੱਥੋਂ ਹੋਣੇ ਜਦੋਂ ਸੰਗਤ ਨਹੀਂ ਉਹਨੂੰ ਮਿਲਣੀ। ਤੇ ਸਕੂਲਾਂ ਦੇ ਵਿੱਚੋਂ ਵੀ ਸਾਨੂੰ, ਕਾਲਜਾਂ ਦੇ ਵਿੱਚੋਂ ਸੰਗਤ ਨਹੀਂ ਮਿਲ ਰਹੀ, ਜਿਹੜੀ ਸਭ ਤੋਂ ਪਹਿਲਾਂ ਸਿੱਖਿਆ ਤੋਂ ਪਹਿਲਾਂ ਸੰਸਕਾਰ ਮਿਲਣੇ ਚਾਹੀਦੇ ਸੀ, ਉੱਥੋਂ ਵੀ ਨਹੀਂ ਮਿਲ ਰਹੇ ਜੀ। ਤੇ ਬੱਚੇ ਦੀ ਲਰਨਿੰਗ ਸਟੇਜ ਕਿਹੜੀ ਹੈ? ਬੱਚਾ ਦਾ ਜੇਕਰ 6 ਮਹੀਨੇ ਦਾ ਦੇਖੀਏ ਨਾ ਅਸੀਂ, 6 ਮਹੀਨੇ ਦਾ, ਉਸ ਤੋਂ ਛੋਟਾ ਬਲਕਿ ਸਮਾਈਲ ਪਾਸ ਕਰਦਾ ਹੈ, 3 ਮਹੀਨੇ ਦਾ ਬੱਚਾ ਸਮਾਈਲ ਪਾਸ ਕਰਨ ਲੱਗ ਜਾਂਦਾ। ਚਲੋ ਇਹ ਇੱਕ ਵੱਖਰਾ ਹੀ ਟੌਪਿਕ ਬਣ ਜਾਣਾ। ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਛੋਟਾ ਜਿਹਾ ਬੱਚਾ ਸਾਲ ਤੋਂ ਬਹੁਤ ਛੋਟਾ ਹੁੰਦਾ ਹੈ, ਉਹ ਰੋਂਦਾ, ਜਦੋਂ ਰੋਇਆ ਉਹਨੂੰ ਭੁੱਖ ਲੱਗੀ ਉਹ ਰੋ ਪਿਆ ਜੀ। ਤੇ ਮਾਂ ਨੇ ਕੀ ਕੀਤਾ?
ਦੁੱਧ ਪਿਆ ਦਿੱਤਾ, ਚੁੱਪ ਕਰ ਗਿਆ ਜੀ। ਤੇ ਉਸ ਤੋਂ ਬਾਅਦ ਹੁਣ ਉਹਨੂੰ ਭੁੱਖ ਤਾਂ ਨਹੀਂ ਲੱਗੀ ਹੋਈ, ਹੁਣ ਉਹ ਗਿੱਲਾ ਹੋ ਗਿਆ, ਉਹਨੇ ਸ਼ੂਸ਼ੂ ਪੋਟੀ ਕਰ ਦਿੱਤਾ ਜੀ, ਹੁਣ ਰੋਣ ਲੱਗ ਗਿਆ, ਅਨਕੰਫਰਟੇਬਲ, ਉਹਦੇ ਕੋਲ ਸ਼ਬਦ ਹੈ ਨਹੀਂ। ਉਹ ਮਾਂ ਆਈ ਹੈ, ਜਦੋਂ ਬੱਚਾ ਰੋਇਆ ਤੇ ਉਹਨੂੰ ਫਿਰ ਸੁੱਕਾ ਕਰ ਦਿੱਤਾ ਤੇ ਉਹ ਚੁੱਪ ਕਰ ਗਿਆ। ਉਹਨੂੰ ਐਦਾਂ ਸੀ ਵੀ ਜਦੋਂ ਵੀ ਮੈਨੂੰ ਕੋਈ ਪ੍ਰੋਬਲਮ ਜੀ ਹੈਗੀ ਹੈ ਨਾ, ਵੀ ਮੈਂ ਰੋਣਾ ਹੈ ਤੇ ਮੇਰੀ ਲੋੜ ਪੂਰੀ ਹੋ ਜਾਣੀ। ਹੁਣ ਬੱਚਾ 2 ਸਾਲ ਦਾ ਹੋ ਗਿਆ ਜੀ, ਤੇ ਹੁਣ ਨਾ ਉਹਨੂੰ ਭੁੱਖ ਲੱਗੀ ਹੋਈ ਹੈ, ਨਾ ਉਹ ਗਿੱਲਾ ਹੈ ਜੀ, ਤੇ 2.5 ਸਾਲ ਦਾ ਹੋ ਗਿਆ, ਭਾਵੇਂ 3 ਸਾਲ ਦਾ ਹੋ ਗਿਆ, ਹੁਣ ਫੇਰ ਰੋਈ ਜਾਂਦਾ। ਉਹਨੂੰ ਚੀਜ਼ ਕੋਈ ਚਾਹੀਦੀ ਹੈ, ਉਹ ਰੋਣ ਲੱਗ ਗਿਆ ਇੱਕਦਮ, ਰੋਣੇ ਨਹੀਂ ਲੱਗ ਗਿਆ, ਲੇਟਣ ਲੱਗ ਗਿਆ ਥੱਲੇ, ਪੰਜਾਬੀ ਜਿਵੇਂ ਕਹਿੰਦੇ ਜੀ। ਉਹ ਕਹਿੰਦੇ ਲੇਟਦਾ ਕਿਉਂ ਤੂੰ ਬੱਚੇ, ਕਹਿੰਦੇ ਮੈਨੂੰ ਆਹ ਚੀਜ਼ ਚਾਹੀਦੀ ਹੈ। ਹੁਣ ਉਹਨੂੰ ਕਿੱਦਾਂ ਪਤਾ ਲੱਗਿਆ ਵੀ ਲੇਟਣਾ ਹੈਲਪ ਕਰ ਸਕਦਾ ਮੇਰੀ, ਬਿਲਕੁਲ ਰੋਣਾ ਮੇਰੀ ਹੈਲਪ ਕਰ ਸਕਦਾ, ਕਿਉਂਕਿ ਉਹਨੇ ਸ਼ੁਰੂ ਤੋਂ ਨਾ ਉਹ ਚੀਜ਼ਾਂ ਉਹਦੇ ਦਿਮਾਗ 'ਚ ਬੈਠ ਗਈਆਂ ਵੀ ਰੋਣ ਦੇ ਨਾਲ ਮੇਰੀ ਇੱਛਾ ਪੂਰੀ ਹੋ ਜਾਂਦੀ ਹੈ। ਇਸ ਕਰਕੇ ਲਰਨਿੰਗ ਸਟੇਜ ਜਿਹੜੀ ਹੈ ਨਾ ਸਾਡੇ ਬੱਚੇ ਦੀ, ਇਹ ਤਾਂ ਬਹੁਤ ਸਾਲ ਤੋਂ ਪਹਿਲਾਂ ਜਿਹੜੀ ਹੈ ਨਾ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਸਾਵਧਾਨ ਰਹਿਣਾ ਚਾਹੀਦਾ ਵੀ ਬੱਚੇ ਨੂੰ ਛੋਟੀ ਉਮਰ ਦੇ ਵਿੱਚ ਇਨਵਾਇਰਨਮੈਂਟ ਕਿੱਦਾਂ ਦਾ, ਮਾਂ ਦੇ ਪੇਟ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਜਿਹੜਾ ਇਨਵਾਇਰਨਮੈਂਟ ਹੈ ਨਾ, ਇਹ ਪ੍ਰਭਾਵਿਤ ਕਰਦਾ ਹੈ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਤੇ ਉਹ ਜ਼ਿਆਦਾਤਰ ਬਾਣੀ ਸੁਣਦੀ ਹੁੰਦੀ ਸੀ, ਜਾਂ ਗੁਰੂ ਸਾਹਿਬ ਦੀ, ਸਾਹਿਬਜ਼ਾਦਿਆਂ ਦੀ ਫੋਟੋ ਜਿਹੜੀ ਉਹ ਆਸੇ-ਪਾਸੇ ਲਾ ਦਿੱਤੀ ਜਾਂਦੀ ਸੀ, ਤੇ ਉਹਦੇ ਅੱਖਾਂ ਦੇ ਸਾਹਮਣੇ ਉਹ ਰਹਿੰਦੀ ਸੀ ਤੇ ਬੱਚੇ 'ਤੇ ਉਹ ਪ੍ਰਭਾਵ ਪੈਂਦਾ ਸੀ। ਅੱਜ ਕੱਲ੍ਹ ਜਿਹੜੀਆਂ ਮਾਵਾਂ ਆ, ਇਹ ਸਾਡੀ ਜਿਹੜੀ ਆ ਕਹਿ ਸਕਦੇ ਕਿ ਬਹੁਤ ਮਾੜੇ ਹਾਲਾਤਾਂ 'ਚ ਪਹੁੰਚ ਗਈਆਂ ਕਿ ਸਾਡੀਆਂ ਜਿਹੜੀਆਂ ਮਾਵਾਂ ਭਾਵੇਂ ਗਰਭਵਤੀ ਆ, ਉਹ ਸ਼ਾਇਦ ਗੁਰਬਾਣੀ ਵੱਲ ਤਾਂ ਘੱਟ ਸਮਾਂ ਦੇਣ, ਪਰ ਜਿਹੜੀਆਂ ਦਿਨ 'ਚ 4-4 ਘੰਟੇ 2-2 ਘੰਟੇ ਰੀਲਾਂ ਵੇਖਦੀਆਂ ਆ, ਉੱਦਾਂ ਦਾ ਪ੍ਰਭਾਵ ਹੀ ਬੱਚੇ 'ਤੇ ਪੈਂਦਾ ਆ। ਮੈਂ ਅਕਸਰ ਕਹਿੰਦਾ ਹੁੰਦਾ, ਕਿਉਂਕਿ ਮੈਂ ਕੱਲ੍ਹ ਵੀ ਤੁਹਾਨੂੰ ਆਪਣੇ ਪਰਿਵਾਰ ਦੇ ਹਾਲਾਤ ਸਾਂਝੇ ਕੀਤੇ ਸੀ ਕਿ ਮੇਰੇ ਬਹੁਤ ਛੋਟੀ ਉਮਰ ਦੇ ਵਿੱਚ ਮੇਰੇ ਪੇਰੈਂਟਸ ਤੁਰ ਗਏ। ਮੈਂ ਜੋ ਚਲੋ ਸਾਨੂੰ ਮੁਸ਼ਕਿਲਾਂ ਆਈਆਂ ਉਸ ਤੋਂ ਬਾਅਦ, ਉਹ ਤਾਂ ਇੱਕ ਵੱਖਰੀ ਚੀਜ਼ ਆ, ਅਸੀਂ ਜਿੱਦਾਂ ਬੱਚੇ ਪਾਲੇ, ਪਰ ਅੱਜ ਦੇ ਸਮੇਂ 'ਚ ਜੋ ਪਰਮਾਤਮਾ ਨੇ ਸਭ ਕੁਝ ਦਿੱਤਾ, ਮੈਂ ਅੱਜ ਵੀ ਇੱਕ ਚੀਜ਼ ਮਹਿਸੂਸ ਕਰਦਾ ਕਿ ਜਿਹੜੇ ਸਾਡੇ ਬੱਚਿਆਂ ਨੂੰ ਦਾਦੇ ਦਾਦੀ ਦੀ ਘਾਟ ਆ, ਉਹ ਸਾਰੀ ਜ਼ਿੰਦਗੀ ਪੂਰੀ ਨਹੀਂ ਹੋ ਸਕਦੀ। ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਹ ਜਿਹੜੇ ਦਾਦੇ ਦਾਦੀ ਨੇ ਬਾਤਾਂ ਸੁਣਾਉਣੀਆਂ, ਬੁਝਾਰਤਾਂ ਪਾਉਣੀਆਂ, ਜਿਹੜਾ ਉਹ ਸਮਾਂ ਦੇਣਾ ਬੱਚਿਆਂ ਨੂੰ, ਅਸੀਂ ਚਾਹ ਕੇ ਵੀ ਨਹੀਂ ਉਹ ਦੇ ਸਕਦੇ। ਤਾਂ ਹੀ ਉਹ ਮੈਨੂੰ ਲੱਗਦਾ ਕਿ ਪਰਿਵਾਰ ਵੀ ਜਿਹੜੇ ਵੱਡੇ ਹੁੰਦੇ ਸੀ, ਵੱਡੇ ਪਰਿਵਾਰਾਂ 'ਚ ਬੱਚੇ ਪਲਦੇ ਸੀ, ਹੁਣ ਅਸੀਂ ਬੜੇ ਨਿਊਕਲੀਅਰ ਫੈਮਲੀਜ਼ 'ਚ ਪਲਣ ਲੱਗ ਪਏ ਕਿ ਮਾਂ ਬਾਪ ਦੇ ਉਹਨਾਂ ਦੇ ਗਾਂ ਬੱਚੇ, ਬਜ਼ੁਰਗ ਸਾਡੇ ਨਾਲ ਨਹੀਂ ਰਹਿੰਦੇ। ਤਾਂ ਉਹ ਜਿਹੜੀ ਔਟਿਜ਼ਮ ਵਾਲੀ ਪ੍ਰੋਬਲਮ ਆ ਸਾਡੇ ਛੋਟੇ ਛੋਟੇ ਬੱਚਿਆਂ 'ਚ, ਉਹ ਬਹੁਤ ਜ਼ਿਆਦਾ ਵੱਧ ਕੇ, ਉਹ ਬਹੁਤ ਵੱਡਾ ਚੈਲੰਜ ਅੱਜ ਦੇ ਸਮੇਂ 'ਚ। ਨੈਚੁਰਲੀ ਇਹ ਜਿਹੜੀ ਸੰਗਤ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ, ਇਹ ਤਾਂ ਸਮਝਣ ਦੀ ਲੋੜ ਹੈ। ਜਦੋਂ ਨਾ ਅਸੀਂ ਵੀ ਬਹੁਤ ਦੇਰ ਤੋਂ ਸੁਣਦੇ ਆ ਰਹੇ ਹਾਂ, ਬਚਪਨ ਤੋਂ ਹੀ, ਮਾਂ ਜਦੋਂ ਫੀਡਿੰਗ ਮਦਰ ਹੈ ਨਾ, ਜਦੋਂ ਫੀਡ ਦਿੰਦੀ ਹੈ ਨਾ ਬੱਚੇ ਨੂੰ, ਕਹਿੰਦੇ ਬੱਚੇ ਦਾ ਪੇਟ ਕਿਉਂ ਖਰਾਬ ਹੋ ਗਿਆ। ਅਸੀਂ ਛੋਟੇ ਛੋਟੇ ਸੀ, ਮੈਨੂੰ ਹੁਣ ਵੀ ਯਾਦ ਹੈ, ਉਹ ਮਾਂ ਨੇ ਕਿਤੇ ਕ੍ਰੋਧ ਵਿੱਚ ਆਈ ਹੋਈ ਸੀ ਤੇ ਬੱਚੇ ਨੂੰ ਦੁੱਧ ਪਿਲਾ ਦਿੱਤਾ। ਮਤਲਬ ਜਿਹੜੀ ਹੁਣ ਅੰਦਰ ਜਦੋਂ ਆਪਾਂ ਤੁਸੀਂ ਕਹਿੰਦੇ ਰੀਲਾਂ ਦੇਖਦੇ ਹਾਂ, ਉਹ ਰੀਲਾਂ ਦੇਖ ਕੇ ਮਨ ਦੇ ਵਿੱਚ, ਜੋ ਸਰੀਰ ਦੇ ਵਿੱਚ ਉਹਦਾ ਪ੍ਰਭਾਵ ਪੈਂਦਾ ਹੈ ਨਾ, ਕੋਈ ਚੀਜ਼ ਨੂੰ ਬੰਦੇ ਨੂੰ ਦੇਖ ਕੇ ਹੀ ਕਹਿੰਦੇ ਤੇਰਾ ਮੂਡ ਕਿੱਦਾਂ ਦਾ ਹੋ ਗਿਆ, ਕਹਿੰਦਾ ਚੰਗਾ ਭਲਾ ਸੀ, ਕਹਿੰਦਾ ਉਹ ਦੇਖ ਕੇ ਮੈਨੂੰ ਉਹ ਤੇ ਗੁੱਸਾ ਆ ਗਿਆ, ਕਹਿੰਦਾ ਕਿਹਾ ਤਾਂ ਉਹਨੇ ਤੈਨੂੰ ਕੁਛ ਵੀ ਨਹੀਂ, ਉਹ ਦੇਖ ਕੇ ਹੀ ਆ ਗਿਆ। ਤੇ ਉਹ ਦੇਖ ਕੇ ਕਹਿੰਦੇ ਦਿਲ ਨੂੰ ਠੰਡ ਪੈ ਗਈ। ਕਹਿੰਦੇ ਇੱਕ ਵਾਰ ਉਹ ਦੇਖਦੀ ਸਾਰ ਕਹਿੰਦੇ ਮਨੋ ਵੇ ਆ, ਕਹਿੰਦੇ ਤਾਂ ਫੋਟੋ ਹੈਗੀ ਹੈ, ਉਹ ਕਹਿੰਦੇ ਮੈਨੂੰ ਇਤਿਹਾਸ ਯਾਦ ਆ ਗਿਆ ਸਾਹਿਬਜ਼ਾਦਿਆਂ ਦਾ, ਮੈਨੂੰ ਗੁਰੂ ਸਾਹਿਬ ਦਾ ਇਤਿਹਾਸ ਹੀ ਯਾਦ ਆ ਗਿਆ। ਤੇ ਉਹ ਜਦੋਂ ਸਾਡੀ ਅੱਖਾਂ ਦੇ ਨਾਲ ਤੇ ਕੰਨਾਂ ਦੇ ਨਾਲ ਸਾਡੇ ਅੰਦਰ ਜਿੰਨੀਆਂ ਜਿਹੜੀ ਇਹ ਜਾ ਰਹੀ ਹੈ ਨਾ, ਮੈਸੇਜ ਆ ਰਹੇ ਹੈਗੇ ਗਿਆਨ ਇੰਦਰੀਆਂ ਦੇ ਨਾਲ, ਇਹ ਸਾਨੂੰ ਬੜਾ ਸਾਵਧਾਨ ਹੋਣ ਦੀ ਲੋੜ ਹੈ। ਵੀ ਜਿਵੇਂ ਮਾਂ ਦਾ ਜਿਹੜਾ ਵੀ ਜਦੋਂ ਦੁੱਧ ਪਿਲਾਉਣ ਦੇ ਨਾਲ ਬੱਚੇ ਦਾ ਪੇਟ ਖਰਾਬ ਹੋ ਗਿਆ, ਇਹ ਅਸੀਂ ਬੜੇ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਹਾਂ, ਤੇ ਇਹਦਾ ਮਤਲਬ ਬੱਚੇ ਦੇ ਉੱਤੇ ਕਿੰਨਾ ਅਸਰ ਪੈਂਦਾ, ਉਹ ਬਲੱਡ ਜਿਹੜਾ ਹੈਗਾ ਉਸ ਤਰੀਕੇ ਨਾਲ ਉਹ 'ਚ ਕਿੰਨੀ ਤਰ੍ਹਾਂ ਦੀ ਚੇਂਜਿਸ ਆਉਂਦੀਆਂ, ਪੋਇਜ਼ਨ ਬਣਦੀ ਹੈ, ਜੇ ਸਟਰੈਸ ਵਾਲੀ ਚੀਜ਼ ਹੈਗੀ ਹੈ, ਬਿਲਕੁਲ, ਤੇ ਉਹ ਇੰਜ਼ਾਇਟੀ ਵਾਲੀ ਚੀਜ਼ ਹੈਗੀ ਹੈ, ਤੇ ਹੈ ਕੀ ਇਹ ਸਾਰਾ ਸੰਗਤ ਦੇ ਵਿੱਚੋਂ ਹੀ ਪੈਦਾ ਹੁੰਦਾ ਸਾਰਾ। ਇਸ ਕਰਕੇ ਜੇ ਸਟਰੋਂਗ ਸੰਗਤ ਅਸੀਂ ਰੱਖਾਂਗੇ, ਮਹਾਨ ਲੋਕਾਂ ਦੀ, ਮਹਾਨ ਪੁਰਸ਼ਾਂ ਦੀ ਸੰਗਤ, ਗੁਰਬਾਣੀ ਤੋਂ ਮਹਾਨ ਹੋਰ ਕੀ ਹੋ ਸਕਦਾ ਹੈ, ਜਿਹੜੇ ਸਿਰਜਣਹਾਰ ਨੂੰ ਪ੍ਰਵਾਨਿਤ ਹੈ। ਜੇਕਰ ਅਸੀਂ ਮਹਾਨ ਸੰਗਤ ਦੇ ਵਿੱਚ ਰਹਾਂਗੇ ਤਾਂ ਉਹ ਸੰਗਤ ਨੇ ਸਾਨੂੰ ਮਹਾਨ ਬਣਾ ਦੇਣਾ। ਜੇ ਅਸੀਂ ਜਿਹੋ ਜਿਹੇ ਬੰਦਿਆਂ ਦੀ ਸੰਗਤ, ਕਹਿੰਦੇ ਚੋਰਾਂ ਦੀ ਸੰਗਤ ਚੋਰ ਬਣ ਜਾਂਦਾ, ਬਿਲਕੁਲ, ਸ਼ਰਾਬੀਆਂ ਦੀ ਸੰਗਤ ਦੇ ਵਿੱਚ ਉਹਨੇ ਸ਼ਰਾਬੀ ਬਣ ਜਾਣਾ। ਤੇ ਇਸ ਕਰਕੇ ਜਿਹੋ ਜਿਹੀ ਸੰਗਤ ਕਰਦੇ ਇਨਸਾਨ ਉਹੋ ਜਿਹਾ ਬਣਨਾ। ਇਨਸਾਨ ਕਿਆ, ਹੋਰ ਚੀਜ਼ਾਂ ਦੇ ਆਪਾਂ ਦੁੱਧ ਦੀ ਵੀ ਤਾਂ, ਪਾਣੀ ਦੀ ਵੀ ਐਗਜ਼ਾਮਪਲ ਲੈ ਕੇ ਹਟੇ ਹਾਂ। ਤੇ ਇਸ ਕਰਕੇ ਜੇਕਰ ਅਸੀਂ ਸੱਤਵਾਦੀਆਂ ਦੀ, ਸੱਚੇ ਬੰਦਿਆਂ ਦੀ ਸੰਗਤ ਦੇ ਵਿੱਚ ਰਵਾਂਗੇ, ਸੱਚ ਦੀ ਸੰਗਤ ਦੇ ਵਿੱਚ ਰਵਾਂਗੇ, ਸੱਤ ਦੇ ਚਿੰਤਨ ਦੇ ਵਿੱਚ ਰਵਾਂਗੇ, ਤੇ ਫਿਰ ਅਸੀਂ ਸੱਤਵਾਦੀ ਬਣਾਂਗੇ। ਤੇ ਉਹ ਇੱਕ ਏਡੀ ਵੱਡੀ ਸ਼ਕਤੀ ਹੈ ਜਿਹੜੀ ਕਿ ਇਹ ਨਹੀਂ ਕਿ ਕਿਸੇ ਨੇ ਕੁਛ ਵੀ, ਕਿਸੇ ਦੇ ਕੌੜੇ ਹੋਣ ਬੋਲ ਤੇ ਭਾਵੇਂ ਹੁਣ ਰੁੱਖੇ,
ਤੇ ਜੇਕਰ ਅਸੀਂ ਇੰਨੀ ਕੁ ਚੀਜ਼ ਪੜ੍ਹ ਲਈ ਨਾ ਇਹ ਸੱਚ ਵਾਲੀ ਜਿਹੜੇ ਗੁਰੂ ਸਾਹਿਬ ਪੜ੍ਹਾ ਰਹੇ ਆ, ਤੇ ਫਿਰ ਇਹ ਨਹੀਂ ਕਿ ਕਿਸੇ ਦੇ ਰੁੱਖੇ ਬੋਲ ਸਾਨੂੰ ਪਰੇਸ਼ਾਨ ਕਰ ਦੇਣਗੇ ਜੀ, ਤੇ ਕਿਸੇ ਦੇ ਕੌੜੇ ਬੋਲ ਸਾਨੂੰ ਕੌੜੇ ਨਹੀਂ ਲੱਗਣਗੇ। ਉਹ ਕੌੜੇ ਹੋਰ ਲਈ ਹੋ ਸਕਦੇ, ਪਰ ਉਸ ਇਨਸਾਨ ਨੂੰ ਪਤਾ ਹੁੰਦਾ ਹੈ, ਸੱਚ ਦੀ ਸੋਝੀ ਹੁੰਦੀ ਹੈ ਵੀ ਇਹ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈਗੀ ਇਸ ਵੇਲੇ, ਵੀ ਜਾਂ ਤਾਂ ਇਹ ਕੰਨਾਂ ਦਾ ਕੱਚਾ ਹੈ, ਕਿਸੇ ਨੇ ਚੱਕਤਾ ਹੋਣਾ ਤੇ ਉਹਦੇ ਪਰ ਵਿਸ਼ਵਾਸ ਕਰ ਲਿਆ ਨਾ, ਜਿਵੇਂ ਅਸੀਂ ਰੀਲਾਂ ਤੇ ਵਿਸ਼ਵਾਸ ਕਰੀ ਜਾਂਦੇ। ਬਿਲਕੁਲ। ਤੇ ਉਹ ਵਿਸ਼ਵਾਸ ਕਰ ਲਿਆ ਤੇ ਸਾਡਾ ਕੀ ਬਣ ਗਿਆ ਵਿਸ਼ਵਾਸ ਦੇ ਨਾਲ? ਉਹ ਸੰਗਤ ਕੀਤੀ ਹੈ, ਉਹਨੂੰ ਐਜ਼ ਇਟ ਇਜ਼ ਉਹਦੇ ਉੱਤੇ ਵਿਸ਼ਵਾਸ ਹੋ ਗਿਆ ਸਾਨੂੰ। ਉਹ ਵਿਸ਼ਵਾਸ ਜਿਹੜਾ ਹੈਗਾ ਸੀ ਉਸ ਨੇ ਸਾਡੀਆਂ ਭਾਵਨਾਵਾਂ ਵੀ ਉਦਾਂ ਦੀਆਂ ਬਣਾਤੀਆਂ, ਸਾਡਾ ਐਟੀਟਿਊਡ ਸਾਡਾ ਉਦਾਂ ਦਾ ਬਣਦਾ ਜਾ ਰਿਹਾ ਹੁਣ। ਤੇ ਐਟੀਟਿਊਡ ਜਿਹੋ ਜਿਹਾ ਸਾਡਾ ਐਟੀਟਿਊਡ ਬਣ ਗਿਆ ਤੇ ਸਾਡੇ ਫਿਰ ਅਸੀਂ ਸਿਚੁਏਸ਼ਨ ਨੂੰ ਰਿਸਪੌਂਡ ਵੀ ਉਦਾਂ ਹੀ ਕਰਨਾ ਬਿਲਕੁਲ ਸਿਚੁਏਸ਼ਨ ਨੂੰ। ਤੇ ਫਿਰ ਉਹਦੇ ਚੋਂ ਸਾਡੇ ਵਿਚਾਰ ਵੀ ਉਦਾਂ ਦੇ ਹੀ ਨਿਕਲਣੇ ਹੈਗੇ ਹਨ, ਜਿਹੋ ਜੇ ਸਾਡੇ ਪਿੱਛੇ ਮੱਤ ਬਣੀ ਹੋਈ ਹੈ, ਜਿਹੋ ਜਿਹੇ ਵਿਸ਼ਵਾਸ ਬਣੇ ਹੋਏ ਆ। ਨਹੀਂ ਪੈਸਾ ਹੀ ਸਭ ਕੁਝ ਹੁੰਦਾ, ਪੈਸੇ ਬਿਨਾਂ ਕੌਣ ਪੁੱਛਦਾ। ਜੇ ਇਹੋ ਜਿਹੀਆਂ ਰੀਲਾਂ ਦੇਖੀ ਜਾਣਾ ਪੈਸੇ ਜਾਂ ਉਹਨਾਂ ਨੂੰ ਅਸੀਂ ਹੀਰੋ ਬਣਾ ਲਿਆ ਤੇ ਜਿਨ੍ਹਾਂ ਦੇ ਪੱਲੇ ਇਨਸਾਨੀਅਤ ਜ਼ੀਰੋ, ਹੁਣ ਇਨਸਾਨੀਅਤ ਜ਼ੀਰੋ ਹੈ ਤੇ ਹੈ ਸਾਡਾ ਹੀਰੋ ਹੈ, ਤੇ ਉਹ ਸਾਨੂੰ ਜੇ ਕਿ ਸੁੱਖ ਮਿਲ ਜੂਗਾ, ਸ਼ਾਂਤੀ ਮਿਲ ਜੂਗੀ, ਸਾਡਾ ਕਿਰਦਾਰ ਵੀ ਉਦਾਂ ਦਾ ਬਣ ਜੂਗਾ। ਮੈਂ ਕਿਹਾ ਜੀ ਪੱਲੇ ਸਾਡੇ ਰਹਿਣਾ ਹੀ ਕੱਖ ਨਹੀਂ ਹੈਗਾ। ਜੋ ਵੀ ਅਸੀਂ ਕਹੀਏ ਵੀ ਅਸੀਂ ਥੋੜਾ ਸਟਰੋਂਗ ਹੋ ਕੇ, ਜਾਂ ਕੋਈ ਸਾਨੂੰ ਸਟਰੋਂਗ ਦੇਣ ਵਾਲੀ ਚੀਜ਼ ਹੀ ਨਹੀਂ ਹੈਗੀ ਉਹਨਾਂ ਦੇ ਵਿੱਚ ਜੋ ਅਸੀਂ ਦੇਖਦੇ ਹਾਂ, ਔਰ ਜੋ ਦੇਖਦੇ ਹਾਂ ਅਸੀਂ ਅਸਲੀ ਰੂਪ 'ਚ ਉਹ ਵੀ ਇਦਾਂ ਦੇ ਹੈ ਨਹੀਂ।